पंजाब दे असी अपने मोर्चे ਲਈ मैं इंग्लैंड तो चल के आया ओके ਤੇ ਆਇਆ ਸਿੱਧਾ ਕਿਸ ਚੀਜ਼ ਲਈ ਇਸ ਸੰਘਰਸ਼ ਵਾਸਤੇ ਇਸ ਸੰਘਰਸ਼ ਦੇ ਵਿੱਚ ਹਿੱਸਾ ਲੈਣ ਦੇ ਲਈ ਸੋ ਤਾਂ ਕਰਕੇ ਦਿਲ ਨੂੰ ਥੋੜਾ ਦਰਦ ਲੱਗਦਾ ਆ ਵੀ ਅਸੀਂ ਆਪਣੇ ਉੱਥੇ ਫੈਮਲੀਆਂ ਨੂੰ ਛੱਡ ਕੇ ਆਪਣਾ ਕੰਮਕਾਰ ਛੱਡ ਕੇ ਆਏ ਆ ਕਿਉਂ ਆਏ ਆ ਕਿਉਂਕਿ ਆਪਣੇ ਇੱਥੇ ਹੱਕਾਂ ਦੀ ਲੜਾਈ ਚੱਲ ਰਹੀ ਆ ਸਾਨੂੰ ਵੀ ਉੱਥੇ ਬੈਠਿਆਂ ਨੂੰ ਬਹੁਤ ਹੋ ਰਿਹਾ ਵੀ ਅਸੀਂ ਕਿਉਂ ਨਹੀਂ ਹਿੱਸਾ ਲਈਏ ਅਸੀਂ ਵੀ ਉਸ ਸੰਘਰਸ਼ ਵਿੱਚ ਯੋਗਦਾਨ ਪਾਈਏ ਜਿਹੜਾ ਕਿ ਇਸ ਟਾਈਮ ਕੀ ਵਰਲਡ ਦਾ ਇੱਕ ਇਤਿਹਾਸਿਕ ਸੰਘਰਸ਼ ਬਣਦਾ ਜਾ ਕੇ ਬਣ ਗਿਆ ਹੈ ਇਹਦੀਆਂ ਜਿਹੜੀਆਂ ਗੱਲਾਂ ਇੰਟਰਨੈਸ਼ਨਲ ਲੈਵਲ ਤੱਕ ਹੋ ਰਹੀਆਂ ਆ ਤੇ ਇੱਥੇ ਦੀ ਨੌਜਵਾਨ ਇਹ ਕਿਉਂ ਨਹੀਂ ਸਮਝਦੇ ਹੈਗੇ ਵੀ ਸਾਡੀ ਇੱਕ ਗਲਤੀ ਦੇ ਨਾਲ ਕਿੱਡਾ ਵੱਡਾ ਕੰਮ ਖਰਾਬ ਹੋ ਸਕਦਾ ਅਸੀਂ ਜਿੱਤ ਚੁੱਕੇ ਆ ਸਿਰਫ ਇੱਕ ਉੱਤੇ ਉਹਦੀ ਮੋਹਰ ਲੱਗਣੀ ਬਾਕੀ ਆ ਜਿਹੜੀ ਕਿ ਸਰਕਾਰ ਆਪਣੀ ਹਿੰਡ ਪਕਾਉਣ ਦੇ ਲਈ ਉਹ ਮੋਹਰ ਨਹੀਂ ਲਾ ਰਹੀ ਲੜ ਨਹੀਂ ਹੋ ਸਕਦੇ ਕਿਉਂਕਿ ਇੱਕ ਲੋਕਤੰਤਰ ਦੇ ਵਿੱਚ ਆ ਚੁੱਕਾ ਬਸ ਉਹਨਾਂ ਦੀ ਹੁਣ ਇਹੀ ਆ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਮੋਰਚੇ ਦੇ ਵਿੱਚ ਕੋਈ ਇਦਾਂ ਦੀ ਪ੍ਰੋਬਲਮ ਪਾਈ ਜਾਵੇ ਕਿ ਇਹਨਾਂ ਦੀ ਸਿੱਖ ਕੌਮ ਦੀ ਬਦਨਾਮੀ ਹੋ ਜਾਵੇ ਪਹਿਲਾਂ ਹੀ ਉਹਨਾਂ ਨੇ ਅੱਤਵਾਦੀ ਕਹਿ ਕੇ ਸਾਡੇ ਤੇ ਕੋਈ ਠੱਪੇ ਲਾਉਣ ਦੀ ਟਰਾਈ ਕੀਤੀ ਆ ਪਰ ਆਪਣੇ ਲੋਕਾਂ ਨੇ ਸਮਝਦਾਰੀ ਦੇ ਨਾਲ ਜਥੇਬੰਦੀਆਂ ਦੇ ਨੇ ਬਹੁਤ ਸਮਝਦਾਰੀ ਦੇ ਨਾਲ ਇਹਨੂੰ ਇੱਥੇ ਲਿਆਂਦਾ ਸੋ ਮੈਂ ਇਹ ਅਪੀਲ ਕਰਦਾ ਇੱਥੇ ਦੇ ਜਥੇਬੰਦੀਆਂ ਨੂੰ ਕਿ ਉਹ ਇਸ ਤਰੀਕੇ ਨੂੰ ਕਿਸੇ ਨੂੰ ਤਰ੍ਹਾਂ ਇਹਨੂੰ ਇੱਥੇ ਬਿਠਾਇਆ ਜਾਵੇ ਕਿਉਂਕਿ ਮੈਂ ਕਿਸੇ ਜਥੇਬੰਦੀਆਂ ਦੇ ਨਹੀਂ ਮੈਂ ਇੱਕ ਸਿਰਫ ਆਮ ਆਦਮੀ ਬਣ ਕੇ ਇਸ ਸੰਘਰਸ਼ ਦੇ ਵਿੱਚ ਹਿੱਸਾ ਲੈਣ ਆਇਆ ਸੋ ਜਿੰਨੀਆਂ ਵੀ ਜਥੇਬੰਦੀਆਂ ਮੈਂ ਉਹਨਾਂ ਨੂੰ ਰਿਕੁਐਸਟ ਕਰਦਾ ਵੀ ਉਹ ਆਪੋ ਆਪਣੇ ਏਰੀਏ ਦੇ ਵਿੱਚ ਇਹ ਚੀਜ਼ਾਂ ਦੇਖਣ ਕਿਉਂ ਹੋ ਰਹੀਆਂ ਕੱਲ ਵੀ ਇੱਥੇ ਜਿਹੜਾ ਕੁਝ ਹੋਇਆ ਸੀ ਉਹ ਨੋਟ ਕੀਤਾ ਪਰ ਅੱਜ ਕੀ ਅਸੀਂ ਇੱਥੋਂ ਆਪਦੇ ਤੋਂ ਕੰਟਰੋਲ ਕੀਤਾ ਉਹ ਸਾਡੇ ਤੋਂ ਦੂਰ ਆ ਪਰ ਕੁਛ ਕੀ ਜਿਹੜੇ ਆਨਸਰ ਆ ਅਸੀਂ ਉਹਨਾਂ ਨੂੰ ਇੱਥੋਂ ਹਟਾਵਾਂਗੇ ਜਿਹੜੇ ਵੀ ਇੱਥੇ ਠੇਕੇ ਆ ਅਸੀਂ ਆਪਦੇ ਜਥੇਬੰਦੀਆਂ ਨਾਲ ਗੱਲ ਕਰਕੇ ਉਹ ਠੇਕਿਆਂ ਨੂੰ ਵੀ ਬੰਦ ਕਰਵਾਵਾਂਗੇ ਕਿਉਂਕਿ ਜਿਹੜਾ ਰਾਜਾ ਹੁੰਦਾ ਹੈ ਜੇ ਪ੍ਰਜਾ ਸੁਖੀ ਹੈ ਤਾਂ ਰਾਜਾ ਵੀ ਸੁਖੀ ਹੈ ਜੇ ਪ੍ਰਜਾ ਦੁਖੀ ਹੈ ਤਾਂ ਰਾਜਾ ਬਿਲਕੁਲ ਦੁਖੀ ਹੈ ਪਰ ਅੱਜ ਪ੍ਰਜਾ ਦੁਖੀ ਹੈ ਤੇ ਰਾਜਾ ਬੜਾ ਸੁਖੀ ਹੈ ਕਿਉਂਕਿ ਅਸੀਂ ਇਸ ਰਾਜੇ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਭਾਈ ਸਾਹਿਬ ਜੀ ਇਹ ਜੋ ਪ੍ਰਜਾ ਹੈ ਤੂੰ ਪ੍ਰਜਾ ਦੇ ਨਾਲ ਹੀ ਰਾਜਾ ਹੈ ਪ੍ਰਜਾ ਨੇ ਤੈਨੂੰ ਰਾਜਾ ਬਣਾਇਆ ਹੈ ਤੇ ਪ੍ਰਜਾ ਦਾ ਜਿਹੜਾ ਸੀਗਾ ਭਾਈ ਤੂੰ ਅੱਜ ਜਿਹੜੀ ਜਾਇਦਾਦ ਸੀ ਉਹ ਤੈਨੂੰ ਪ੍ਰਜਾ ਨੇ ਲਿਖਾਈ ਤਾਂ ਹੈ ਨਹੀਂ ਗੀ ਤੇ ਆਪਣੇ ਆਪ ਉਹ ਤੂੰ ਇਹ ਬਣਾ ਕੇ ਬਹਾਨਾ ਲਿਖ ਕੇ ਜ਼ਮੀਨਾਂ ਇਹ ਜ਼ਿਮੀਂਦਾਰਾਂ ਦੀਆਂ ਕੋਈ ਵੱਟ ਨਹੀਂ ਵੱਢਣ ਦਿੰਦਾ ਕੋਈ ਆਪਣਾ ਇੱਧਰਲੇ ਪਾਸੇ ਕੋਈ ਔਰਾ ਨਹੀਂ ਰੋਕਣ ਦਿੰਦਾ ਪਰ ਅੱਜ ਤੂੰ ਇਹ ਸੰਸਾਰ ਦੇ ਵਿੱਚ ਜਿਹੜਾ ਖੱਲਰ ਪਾਇਆ ਹੈ ਇਹ ਭਾਈ ਤੂੰ ਆਪਣੇ ਆਪ ਇਹ ਕਿਸਾਨਾਂ ਦੇ ਉੱਤੇ ਪਾਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਅਖੰਡ ਬਾਣੀ ਦੇਖ ਰਹੀਆਂ ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਦਾ ਮੈਂ ਪ੍ਰੀਤ ਸਿੰਘ ਸਵਾਗਤ ਕਰਦਾ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਤਿੱਕਰੀ ਬਾਰਡਰ ਤੋਂ ਤੁਹਾਨੂੰ ਅਪਡੇਟ ਦੇ ਰਹੇ ਹਾਂ ਇਸ ਤੋਂ ਪਹਿਲਾਂ ਸਿੰਘੂ ਅਤੇ ਕੁੰਡਲੀ ਬਾਰਡਰ ਤੋਂ ਤੁਹਾਨੂੰ ਹਰ ਅਪਡੇਟ ਦਿੱਤੀ ਹੈ ਕਿ ਮੋਰਚਾ ਕਿੱਦਾਂ ਚੱਲ ਰਿਹਾ ਹੈ ਪਰ ਤਿੱਕਰੀ ਬਾਰਡਰ ਦੇ ਉੱਤੇ ਆ ਕੇ ਇੱਕ ਪ੍ਰੋਬਲਮ ਦੇਖਣ ਨੂੰ ਆਈ ਜੋ ਮੈਂ ਪਹਿਲਾਂ ਵੀ ਸੁਣੀ ਜਦੋਂ ਅਸੀਂ ਮਾਰਨਿੰਗ ਜਾ ਰਹੇ ਸੀ ਉਦੋਂ ਵੀ ਕਈ ਸਿੰਘਾਂ ਨੇ ਇਹ ਗੱਲ ਕਹੀ ਕਿ ਕੁਝ ਹੁੜਦੰਗ ਮਚਾਉਣ ਵਾਲੇ ਅਜਿਹੇ ਸ਼ਰਾਰਤੀ ਅਨਸਰ ਹੈ ਨੇ ਰਾਤ ਨੂੰ ਜਦੋਂ ਸੰਗਤਾਂ ਸੋ ਜਾਂਦੀਆਂ ਨੇ ਲੇਟ ਨਾਈਟ ਟਰੈਕਟਰ ਲੈ ਕੇ ਨਿਕਲਦੇ ਨੇ ਗਾਣੇ ਉੱਚੀ ਉੱਚੀ ਵੱਜ ਰਹੇ ਹੁੰਦੇ ਨੇ ਤੇ ਕੁਝ ਸ਼ਰਾਰਤ ਅਨਸਰ ਜਿਹੜੇ ਹੈ ਨੇ ਉਹ ਸ਼ਰਾਬ ਪੀ ਕੇ ਵੀ ਘੁੰਮਦੇ ਨੇ ਤੇ ਹਾਲ ਹੀ ਦੇ ਵਿੱਚ ਅਸੀਂ ਪਿੱਛੋਂ ਵੀ ਆਏ ਆ ਤੇ ਉੱਥੇ ਵੀ ਡੈਕ ਲੱਗਿਆ ਹੋਇਆ ਸੀ ਟਰੈਕਟਰ ਦੇ ਨਾਲ ਚਿੱਟੇ ਦਾੜਿਆਂ ਵਾਲੇ ਬਜ਼ੁਰਗ ਵੀ ਨੱਚਦੇ ਪਏ ਸੀ ਹੁਣ ਉਹ ਸ਼ਰਾਰਤੀ ਅਨਸਰ ਕਿਹੜੇ ਨੇ ਕਿਉਂਕਿ ਉਹਨਾਂ ਨੂੰ ਅਗਰ ਤੁਸੀਂ ਸਮਝਾਉਣ ਜਾਓਗੇ ਤਾਂ ਉਹ ਲੜਨ ਵਾਸਤੇ ਆਉਣਗੇ ਇਸ ਲਈ ਕਿਸਾਨ ਜਥੇਬੰਦੀਆਂ ਨੂੰ ਆ ਜਿਹੜਾ ਪੰਜਾਬ ਦਾ ਯੂਥ ਆ ਜਿਹੜਾ ਇਹ ਮੋਰਚਾ ਫਤਿਹ ਕਰ ਚੁੱਕਿਆ ਹੈ ਤੇ ਇਹਦੀਆਂ ਪ੍ਰਾਪਤੀਆਂ ਹਲੇ ਗਿਣਨੀਆਂ ਬਾਕੀ ਨੇ ਕਿ ਹੁਣ ਅੱਗੇ ਹੋਰ ਅਸੀਂ ਕਿਹੜੀਆਂ ਪ੍ਰਾਪਤੀਆਂ ਕਰਨੀਆਂ ਨੇ ਉਹ ਕੋਈ ਮੈਸੇਜ ਕੋਈ ਸੁਨੇਹਾ ਦੇਣਾ ਚਾਹੁੰਦਾ ਹੈ ਕਿਸਾਨ ਜਥੇਬੰਦੀਆਂ ਨੂੰ ਕਿਉਂਕਿ ਸਾਡਾ ਫਰਜ਼ ਬਣਦਾ ਕਿ ਜਿੱਦਾਂ ਅਸੀਂ ਪੈਟਰੋਲਿੰਗ ਸਿੰਘੂ ਬਾਰਡਰ ਉੱਤੇ ਕਰ ਰਹੇ ਹਾਂ ਜਾਂ ਕੁੰਡਲੀ ਬਾਰਡਰ ਉੱਤੇ ਕਰ ਰਹੇ ਹਾਂ ਤਾਂ ਕਿ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਘਟੀਆ ਕਰਤੂਤ ਨੂੰ ਅੰਜਾਮ ਨਾ ਦੇ ਸਕੇ ਉੱਦਾਂ ਅਸੀਂ ਇੱਥੇ ਕਿਉਂ ਨਹੀਂ ਕਰ ਸਕਦੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਭਾਈ ਜਿੱਦਾਂ ਤੁਸੀਂ ਹੁਣ ਦੱਸਿਆ ਵੀ ਉਹ ਕੌਣ ਨੇ ਕਿੱਥੋਂ ਆਏ ਨੇ ਇਹ ਆਪਾਂ ਨੂੰ ਹਲੇ ਆਪਾਂ ਕਹਿ ਨਹੀਂ ਸਕਦੇ ਪਰ ਇਹ ਬਿਲਕੁਲ ਵੀ ਗਲਤ ਆ ਜਿਹੜਾ ਇੱਕ ਮਾਹੌਲ ਨੂੰ ਖਰਾਬ ਕਰਨ ਦੇ ਲਈ ਕਰ ਰਿਹਾ ਇੱਕ ਬੰਦੇ ਦੇ ਕਰਕੇ ਜਾਂ ਦੋ ਬੰਦਿਆਂ ਦੇ ਕਰਕੇ ਦੇਖੋ ਕਿੰਨੀ ਪ੍ਰੋਬਲਮ ਆ ਸਕਦੀ ਆ ਜਿਹੜਾ ਆਪਣਾ ਸੰਘਰਸ਼ ਪਿਛਲੇ ਕੱਲ ਨੂੰ 1 ਮਹੀਨਾ ਹੋ ਜਾਣਾ 26 ਤਰੀਕ ਨੂੰ ਆਪਣੇ ਉੱਥੋਂ ਪੰਜਾਬ ਤੋਂ ਤੁਰੇ ਸੀ ਤੇ ਕੱਲ ਨੂੰ ਹਾਂਜੀ ਮਹੀਨਾ ਹੋ ਹੀ ਗਿਆ ਆ ਠੀਕ ਆ ਤੇ ਉਹ ਚੀਜ਼ ਨੂੰ ਤੁਸੀਂ ਦੇਖ ਲਓ ਵੀ ਕਿੱਦਾਂ ਸ਼ਾਂਤਮਈ ਤਰੀਕੇ ਦੇ ਨਾਲ ਇੱਥੇ ਤੱਕ ਲੈ ਕੇ ਆਏ ਆ ਜਿਹੜੇ ਲੈ ਕੇ ਆਏ ਆ ਉਹਨਾਂ ਨੂੰ ਇਸ ਚੀਜ਼ ਦਾ ਪਤਾ ਵੀ ਉਹਨਾਂ ਨੇ ਕਿੰਨਾ ਸੰਘਰਸ਼ ਕੀਤਾ ਆ ਕਿੱਦਾਂ ਇੱਥੇ ਉਹਨਾਂ ਨੇ ਆਪਣਾ ਪਿੰਡ ਬੰਨਿਆ ਇੱਕ ਕਿਸਮ ਦਾ ਆ ਕੇ ਆਪਣਾ ਪਿੰਡ ਛੱਡ ਕੇ ਦੂਜੇ ਥਾਂ
ਇੱਕ ਰਹਿਣਾ ਹੀ ਔਖਾ ਹੁੰਦਾ, ਪਰ ਜੋ ਤੁਸੀਂ ਸੜਕ ਤੇ ਆ ਕੇ ਰਹਿਣਾ ਹੁੰਦਾ ਉਹ ਉਸ ਤੋਂ ਵੀ ਜ਼ਿਆਦਾ ਔਖਾ ਆ। ਪਰ ਮੈਨੂੰ ਇਹ ਸਮਝ ਨਹੀਂ ਲੱਗਦੀ ਵੀ ਇਦਾਂ ਕਿਉਂ ਕਰ ਰਹੇ ਆ। ਉਹਨਾਂ ਨੂੰ ਇਹ ਕਾਹਤੋਂ ਨਹੀਂ ਦੇਖ ਰਹੇ ਵੀ ਇੱਥੇ ਬਜ਼ੁਰਗ ਆ ਕੇ ਬੈਠੇ ਆ, ਸਾਡੇ ਭਰਾ ਬੈਠੇ ਆ ਜਿਹੜੇ ਰੋਜ਼ ਆਪਣੇ ਲੰਗਰ ਛਕਾ ਕੇ ਰਾਤ ਨੂੰ ਸੌਂਦੇ ਆ, ਸਵੇਰ ਨੂੰ ਫੇਰ ਆਲੀ ਉੱਠਦੇ ਆ, ਤੇ ਇਦਾਂ ਦਾ ਮਾਹੌਲ ਪੈਦਾ ਕਰ ਰਹੇ ਆ। ਰਾਤੀ ਵੀ ਕੁਝ ਅਨਸਰਾਂ ਨੇ ਇਦਾਂ ਕੀਤਾ ਸੀ, ਜਦੋਂ ਉਹਨਾਂ ਨੂੰ ਰੋਕਣ ਦੀ ਟਰਾਈ ਕੀਤੀ ਤਾਂ ਮੋਰਿਓਂ ਥੋੜਾ ਜਿਹਾ ਉਹ ਗਲਤ ਬੋਲ ਰਿਹਾ ਸੀ, ਪਰ ਆਪਣੀ ਸਿਆਣਪ ਇਹ ਆ ਉਹਨਾਂ ਨੂੰ ਸਮਝਾਉਣ ਦੇ ਵਿੱਚ, ਨਾ ਕਿ ਲੜਨ ਦੇ ਵਿੱਚ। ਅਸੀਂ ਇਹ ਸੋਚਿਆ ਸੀ ਵੀ ਚਲੋ ਉਹਨਾਂ ਨਾਲ ਸਵੇਰ ਨੂੰ ਗੱਲ ਕਰਦੇ, ਪਰ ਉਹਨਾਂ ਨੂੰ ਆਪਣੇ ਆਪ ਪਤਾ ਲੱਗ ਗਿਆ ਵੀ ਅਸੀਂ ਜੋ ਰਾਤ ਕੀਤਾ ਗਲਤ ਕੀਤਾ। ਸਵੇਰ ਨੂੰ ਉਹ ਆਈ ਥਿੰਕ ਸੋ ਉੱਠਣ ਤੋਂ ਪਹਿਲਾਂ ਹੀ ਚੱਲ ਗਏ। ਪਰ ਹੁਣ ਸਵਾਲ ਇੱਥੇ ਆਉਂਦਾ ਉਹ ਕੌਣ ਸੀ? ਬਿਲਕੁਲ, ਕਿਉਂਕਿ ਇਹ ਚੀਜ਼ਾਂ ਬੜੇ ਸੋਚ ਸਮਝ ਕੇ ਪ੍ਰੋਜੈਕਟ ਕੀਤੀਆਂ ਜਾਂਦੇ ਨੇ, ਕਿਉਂਕਿ ਪੰਜਾਬ ਦੀ ਨੌਜਵਾਨੀ ਦੇ ਅੰਦਰ ਕਿੰਨਾ ਕੀ ਕੰਟਰੋਲ ਹੈ ਜਾਂ ਕਿੰਨੀ ਕੀ ਸੁਹਿਰਦ ਹੈ, ਉਹਦੀ ਮਿਸਾਲ ਪੰਜਾਬ ਦੀ ਨੌਜਵਾਨੀ ਨੇ ਉੱਥੇ ਹੀ ਦੇਤੀ ਸੀ ਜਦੋਂ ਬੀਜੇਪੀ ਜਾਂ ਆਰਐਸਐਸ ਅਸੀਂ ਕਹਿ ਸਕਦੇ ਹਾਂ ਘਟੀਆ ਤੋਂ ਘਟੀਆ ਹੱਦ ਦਰਜੇ ਤੇ ਗਿਰ ਕੇ ਕੁੜੀਆਂ ਭੇਜ ਰਹੀ ਸੀ ਸਿੰਘੂ ਤੇ ਕੋਂਡਲੀ ਮੋਰਚੇ ਦੇ ਉੱਤੇ, ਤੇ ਨੌਜਵਾਨਾਂ ਨੇ ਆਪ ਜਾ ਕੇ ਆਪਣੇ ਬਜ਼ੁਰਗਾਂ ਨੂੰ ਕਿਹਾ ਵੀ ਕੁੜੀਆਂ ਭੇਜੀਆਂ ਗਈਆਂ ਨੇ, ਜਾ ਕੇ ਹਿਸਾਬ ਕਿਤਾਬ ਤੁਸੀਂ ਆਪ ਕਰ ਲਓ। ਤੇ ਉਹ ਅਸੀਂ ਵੀ ਤਸਵੀਰਾਂ ਨਸ਼ਰ ਨਹੀਂ ਸੀ ਕੀਤੀਆਂ, ਕਿਉਂਕਿ ਸਾਨੂੰ ਸਾਡੇ ਗੁਰਾਂ ਨੇ ਧੀਆਂ ਭੈਣਾਂ ਦਾ ਸਤਿਕਾਰ ਕਰਨਾ ਸਿਖਾਇਆ ਹੈ। ਇਹ ਜਾਤਾਂ ਹੋ ਸਕਦੀਆਂ ਨੇ, ਇੰਨੀਆਂ ਡਿੱਗ ਸਕਦੀਆਂ ਨੇ ਕਿ ਧੀਆਂ ਭੈਣਾਂ ਨੂੰ ਉੱਥੇ ਭੇਜ ਕੇ ਮੋਰਚਿਆਂ ਦੇ ਵਿੱਚ ਤੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼, ਇਹ ਸਿਰਫ ਉਹ ਤਾਰੋ ਪੀੜ ਕਰਨ ਦੀ ਕੋਸ਼ਿਸ਼ ਹੈ, ਹੋਰ ਕੁਝ ਨਹੀਂ ਹੈ। ਪਰ ਆਹ ਜਿਹੜੀ ਨੌਜਵਾਨੀ ਖੜੀ ਹੈ ਉਹ ਸੁਹਿਰਦ ਨੌਜਵਾਨੀ ਹੈ, ਜਿਹਨਾਂ ਨੂੰ ਅਸੀਂ ਕੱਲ੍ਹ ਦੇ ਪੰਜਾਬ ਦਾ ਉਜਵਲ ਭਵਿੱਖ ਕਹਿ ਸਕਦੇ ਹਾਂ। ਪਰ ਜਿਹੜੇ ਪਿੱਛੇ ਹੁੜਦੰਗ ਮਚਾ ਰਹੇ ਨੇ ਨੌਜਵਾਨ ਦਾ ਸਵਾਲ ਬਹੁਤ ਸਹੀ ਹੈ ਕਿ ਆਖਿਰ ਉਹ ਹੈ ਕੌਣ, ਕਿੱਥੋਂ ਆਏ ਨੇ, ਕਿਹਨੇ ਪ੍ਰੋਜੈਕਟ ਕੀਤੇ ਨੇ? ਕਿਉਂਕਿ ਅਗਰ ਕੋਈ ਸਮਝਾਉਣ ਜਾਂਦਾ, ਜਿੱਦਾਂ ਰਾਤ ਦੀ ਗੱਲ ਇਹਨਾਂ ਨੇ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਹ ਲੜਾਈ ਕਰਨ ਨੂੰ ਆਉਂਦੇ ਨੇ। ਤੇ ਸਰਕਾਰਾਂ ਇਹ ਚਾਹੁੰਦੀਆਂ ਨੇ ਕਿ ਇੰਨੀ ਸ਼ਾਂਤੀ ਨਾਲ ਮੋਰਚਾ ਚੱਲੀ ਕਿੱਦਾਂ ਜਾਂਦਾ, ਅਜੇ ਤੱਕ ਕਿਸੇ ਦੀ ਲੜਾਈ ਕਿਉਂ ਨਹੀਂ ਹੋਈ, ਕਿਸ ਦਾ ਸਿਰ ਕਿਉਂ ਨਹੀਂ ਪਾਟਿਆ, ਇਹ ਸਰਕਾਰਾਂ ਚਾਹੁੰਦੀਆਂ ਨੇ। ਤੇ ਇਹ ਇਹਨਾਂ ਨੌਜਵਾਨਾਂ ਦਾ ਠੰਡਾ ਸੁਭਾਅ ਆ, ਸਾਡੇ ਗੁਰਾਂ ਵੱਲੋਂ ਸਾਨੂੰ ਜਿਹੜਾ ਸਹਿਣਸ਼ੀਲਤਾ ਦਿੱਤੀ ਆ ਉਹ ਆ, ਤੇ ਉੱਤੋਂ ਸਭਾ ਚੱਲ ਰਹੀ ਹੈ। ਤੇ ਜੇਕਰ ਪੰਜਾਬ ਦੀ ਪੰਜਾਬੀਅਤ ਦੇ ਨਾਲ ਸੰਬੰਧ ਰੱਖਦਾ ਹੋਇਆ ਕੋਈ ਵੀ ਇਨਸਾਨ ਹੈ ਨਾ, ਚਾਹੇ ਜਿਹੜੇ ਮਰਜ਼ੀ ਧਰਮ ਦਾ ਹੋਵੇ, ਉਹ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਨੂੰ ਯਾਦ ਕਰਦਾ, ਇਹਨਾਂ ਦਿਨਾਂ ਦੇ ਵਿੱਚ ਸ਼ਹਾਦਤਾਂ ਨੂੰ ਯਾਦ ਕਰਦਾ ਹੈ, ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਯਾਦ ਕਰਦਾ, ਉਹ ਕਦੇ ਸ਼ਰਾਬ ਪੀ ਕੇ ਹੁੜਦੰਗ ਨਹੀਂ ਮਚਾ ਸਕਦਾ। ਸਵਾਲ ਇਹ ਹੈ ਹੁੜਦੰਗ ਮਚਾਉਣ ਵਾਲੇ ਹੈ ਕੌਣ, ਤੇ ਇਸ ਦਾ ਨੋਟਿਸ ਸਾਡੀਆਂ ਕਿਸਾਨ ਜਥੇਬੰਦੀਆਂ ਨੂੰ ਲੈਣਾ ਬਣਦਾ ਹੈ, ਕਿਉਂਕਿ ਉਹਨਾਂ ਨੂੰ ਪਰੇਸ਼ਾਨੀ ਨਹੀਂ ਹੈ, ਪਰ ਆਹ ਨੌਜਵਾਨੀ ਜਿਹੜੀ ਪੰਜਾਬ ਤੋਂ ਆਪ ਮੁਹਾਰੇ ਦਿੱਲੀ ਦੀ ਹਿੱਕ ਤੇ ਮੋਰਚਾ ਗੱਡ ਕੇ ਬੈਠੀ ਹੈ, ਇਹਨਾਂ ਨੂੰ ਪਰੇਸ਼ਾਨੀ ਹੈ, ਕਿਉਂਕਿ ਇਹਨਾਂ ਨੂੰ ਡਰ ਇਹ ਹੈ ਕਿ ਉਹਨਾਂ ਕਰਕੇ ਇਹ ਬਦਨਾਮ ਹੋਣਗੇ। ਕਿਉਂਕਿ ਤੁਸੀਂ ਨਸ਼ੇੜੀ ਬਹੁਤ ਕਹਿ ਲਿਆ, ਪਰ ਆਹ ਦੇਖ ਲਓ ਨਸ਼ੇੜੀ ਖੜੇ ਨੇ ਸਾਹਮਣੇ, ਕਿੱਡੇ ਕੀ ਤਗੜੇ ਲੱਗਦੇ ਨੇ ਤੁਹਾਨੂੰ ਨਸ਼ੇੜੀ। ਗੱਲ ਇਹ ਦੱਸਣੀ ਜਿਹੜੇ ਪੰਜਾਬ ਦੇ, ਅਸੀਂ ਆਪਣੇ ਮੋਰਚੇ ਲਈ, ਮੈਂ ਇੰਗਲੈਂਡ ਤੋਂ ਚੱਲ ਕੇ ਆਇਆ ਹਾਂ, ਤੇ ਆਇਆ ਸਿੱਧਾ ਕਿਸ ਚੀਜ਼ ਲਈ? ਇਸ ਸੰਘਰਸ਼ ਵਾਸਤੇ, ਇਸ ਸੰਘਰਸ਼ ਦੇ ਵਿੱਚ ਹਿੱਸਾ ਲੈਣ ਦੇ ਲਈ। ਸੋ ਤਾਂ ਕਰਕੇ ਦਿਲ ਨੂੰ ਥੋੜਾ ਦਰਦ ਲੱਗਦਾ ਆ ਵੀ ਅਸੀਂ ਆਪਣੇ ਉੱਥੇ ਫੈਮਲੀਆਂ ਨੂੰ ਛੱਡ ਕੇ, ਆਪਣਾ ਕੰਮਕਾਰ ਛੱਡ ਕੇ ਆਏ ਆ। ਕਿਉਂ ਆਏ ਆ? ਕਿਉਂਕਿ ਆਪਣੇ ਇੱਥੇ ਹੱਕਾਂ ਦੀ ਲੜਾਈ ਚੱਲ ਰਹੀ ਆ। ਸਾਨੂੰ ਵੀ ਉੱਥੇ ਬੈਠਿਆਂ ਨੂੰ ਬਹੁਤ ਹੋ ਰਿਹਾ ਵੀ ਅਸੀਂ ਕਿਉਂ ਨਹੀਂ ਹਿੱਸਾ ਲਈਏ, ਅਸੀਂ ਵੀ ਉਸ ਸੰਘਰਸ਼ ਵਿੱਚ ਯੋਗਦਾਨ ਪਾਈਏ, ਜਿਹੜਾ ਕਿ ਇਸ ਟਾਈਮ ਕੀ ਵਰਲਡ ਦਾ ਇੱਕ ਇਤਿਹਾਸਿਕ ਸੰਘਰਸ਼ ਬਣਦਾ ਜਾ ਕੇ ਬਣ ਗਿਆ ਹੈ। ਇਹਦੀਆਂ ਜਿਹੜੀਆਂ ਗੱਲਾਂ ਇੰਟਰਨੈਸ਼ਨਲ ਲੈਵਲ ਤੱਕ ਹੋ ਰਹੀਆਂ ਆ। ਤੇ ਇੱਥੇ ਦੀ ਨੌਜਵਾਨ ਇਹ ਕਿਉਂ ਨਹੀਂ ਸਮਝਦੇ ਹੈਗੇ ਵੀ ਸਾਡੀ ਇੱਕ ਗਲਤੀ ਦੇ ਨਾਲ ਕਿੱਡਾ ਵੱਡਾ ਕੰਮ ਖਰਾਬ ਹੋ ਸਕਦਾ। ਅਸੀਂ ਜਿੱਤ ਚੁੱਕੇ ਹਾਂ, ਸਿਰਫ ਇੱਕ ਉੱਤੇ ਉਹਦੀ ਮੋਹਰ ਲੱਗਣੀ ਬਾਕੀ ਆ, ਜਿਹੜੀ ਕਿ ਸਰਕਾਰ ਆਪਣੀ ਹਿੰਡ ਪਕਾਉਣ ਦੇ ਲਈ ਉਹ ਮੋਹਰ ਨਹੀਂ ਲਾ ਰਹੀ। ਉਹ ਇਦਾਂ ਦੀਆਂ ਵਿੱਚ ਗੱਲਾਂ ਹੁਣ ਕਰ ਰਹੀ ਆ ਕਿ ਇਹ ਸੰਘਰਸ਼ ਆ ਇਹ ਆਪਣੇ ਆਪ ਨੀਵਾਂ ਹੋ ਜਾਵੇ, ਇਹਦੀ ਜਿਹੜੀ ਗਿਣਤੀ ਆ, ਜਿਹੜਾ ਕਾਫਲਾ ਦਿਨੋਂ ਦਿਨ ਵੱਧਦਾ ਜਾ ਰਿਹਾ, ਉਹ ਘਟਣਾ ਸ਼ੁਰੂ ਹੋ ਜਾਵੇ। ਉਹਨਾਂ ਦੇ ਬਸ ਜਿਹੜੇ ਉਹਨਾਂ ਦੇ ਦਿਮਾਗੀ ਕਹਿ ਲਓ, ਉਹਨਾਂ ਨੇ ਲੜ ਨਹੀਂ ਹੋ ਸਕਦੇ, ਕਿਉਂਕਿ ਇੱਕ ਲੋਕਤੰਤਰ ਦੇ ਵਿੱਚ ਆ ਚੁੱਕਾ। ਬਸ ਉਹਨਾਂ ਦੀ ਹੁਣ ਇਹੀ ਆ, ਕਿਸੇ ਨਾ ਕਿਸੇ ਤਰੀਕੇ ਨਾਲ ਇਹ ਮੋਰਚੇ ਦੇ ਵਿੱਚ ਕੋਈ ਇਦਾਂ ਦੀ ਪ੍ਰੋਬਲਮ ਪਾਈ ਜਾਵੇ ਕਿ ਇਹਨਾਂ ਦੀ ਸਿੱਖ ਕੌਮ ਦੀ ਬਦਨਾਮੀ ਹੋ ਜਾਵੇ। ਪਹਿਲਾਂ ਹੀ ਉਹਨਾਂ ਨੇ ਅੱਤਵਾਦੀ ਕਹਿ ਕੇ ਸਾਡੇ ਤੇ ਕੋਈ ਠੱਪੇ ਲਾਉਣ ਦੀ ਟਰਾਈ ਕੀਤੀ ਆ, ਪਰ ਆਪਣੇ ਲੋਕਾਂ ਨੇ ਸਮਝਦਾਰੀ ਦੇ ਨਾਲ, ਜਥੇਬੰਦੀਆਂ ਦੇ ਨੇ ਬਹੁਤ ਸਮਝਦਾਰੀ ਦੇ ਨਾਲ ਇਹਨੂੰ ਇੱਥੇ ਲਿਆਂਦਾ। ਸੋ ਮੈਂ ਇਹ ਅਪੀਲ ਕਰਦਾ ਇੱਥੇ ਦੇ ਜਥੇਬੰਦੀਆਂ ਨੂੰ ਕਿ ਉਹ ਇਸ ਤਰੀਕੇ ਨੂੰ ਕਿਸੇ ਨੂੰ ਤਰ੍ਹਾਂ ਇਹਨੂੰ ਇੱਥੇ ਬਿਠਾਇਆ ਜਾਵੇ, ਕਿਉਂਕਿ ਮੈਂ ਕਿਸੇ ਜਥੇਬੰਦੀਆਂ ਦੇ ਨਹੀਂ, ਮੈਂ ਇੱਕ ਸਿਰਫ ਆਮ ਆਦਮੀ ਬਣ ਕੇ ਇਸ ਸੰਘਰਸ਼ ਦੇ ਵਿੱਚ ਹਿੱਸਾ ਲੈਣ ਆਇਆ। ਸੋ ਜਿੰਨੀਆਂ ਵੀ ਜਥੇਬੰਦੀਆਂ, ਮੈਂ ਉਹਨਾਂ ਨੂੰ ਰਿਕੁਐਸਟ ਕਰਦਾ ਵੀ ਉਹ ਆਪੋ ਆਪਣੇ ਏਰੀਏ ਦੇ ਵਿੱਚ ਇਹ ਚੀਜ਼ਾਂ ਦੇਖਣ ਕਿਉਂ ਹੋ ਰਹੀਆਂ। ਬਿਲਕੁਲ, ਕਿਉਂਕਿ ਸਾਡਾ ਆਪਣਾ ਫਰਜ਼ ਬਣਦਾ ਹੈ ਕਿ ਬਹੁਤ ਅਲੱਗ-ਅਲੱਗ ਚੀਜ਼ਾਂ ਦੇ ਨਾਲ ਜੋੜ ਕੇ ਇਸ ਮੋਰਚੇ ਨੂੰ ਵਿਫਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ
ਇਹ ਸਾਡੀਆਂ ਜਥੇਬੰਦੀਆਂ ਦੇ ਆਗੂਆਂ ਦਾ ਫਰਜ਼ ਬਣਦਾ ਕਿ ਜੇਕਰ ਕਿਤੇ ਵੀ ਕੋਈ ਵੀ ਮੁਸ਼ਕਿਲ ਪੇਸ਼ ਆ ਰਹੀ ਹੈ ਤਾਂ ਉਸ ਦਾ ਨੋਟਿਸ ਲਿੱਤਾ ਜਾਵੇ। ਅਗਰ ਨੌਜਵਾਨ ਅੱਜ ਪਰੇਸ਼ਾਨ ਨੇ, ਵਿਦੇਸ਼ਾਂ ਤੋਂ ਇਸ ਇਤਿਹਾਸ ਦੇ ਵਿੱਚ ਆਪਣਾ ਨਾਮ ਦਰਜ ਕਰਵਾਉਣ ਵਾਸਤੇ ਪੰਜਾਬ ਦੀ ਨੌਜਵਾਨੀ ਪਹੁੰਚੀ ਹੈ, ਤਾਂ ਆਖਿਰ ਉਹਨਾਂ ਨੂੰ ਕਿਉਂ ਕਮੀਆਂ ਲੱਗ ਰਹੀਆਂ ਨੇ? ਅਸੀਂ ਚਾਹੁੰਦੇ ਹਾਂ ਵੀ ਤੁਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਦਿਓ ਤਾਂ ਕਿ ਇਹ ਗੱਲਾਂ ਕੱਲ ਨੂੰ ਕਿਤੇ ਜਾ ਕੇ ਇੰਨਾ ਵੱਡਾ ਬਵਾਲ ਨਾ ਬਣ ਜੇ ਕਿ ਜਿਸ ਲਈ ਸਾਡੀ ਨੌਜਵਾਨੀ ਜਿਹਨੂੰ ਪਹਿਲਾਂ ਹੀ ਬੜਾ ਬਦਨਾਮ ਕਰਤਾ ਸੀ ਨਸ਼ੇੜੀ ਕਹਿ ਕੇ, ਤੇ ਕੱਲ ਨੂੰ ਇਹ ਲੋਕੀ ਜਿਹੜੇ ਹੈ ਇਹਨਾਂ ਨੌਜਵਾਨਾਂ ਨੂੰ ਹੀ ਨਹੀਂ ਪਤਾ ਕਿਹੜੇ ਨੇ। ਪਰ ਇਹ ਵੀਡੀਓਜ਼ ਜਦੋਂ ਵਾਇਰਲ ਹੋਣੀਆਂ ਸ਼ੁਰੂ ਹੋ ਗਈਆਂ ਨਾ ਕਿ ਦੇਖੋ ਜੀ ਪੰਜਾਬ ਦੇ ਨੌਜਵਾਨ ਦਾਰੂ ਪੀ ਕੇ ਤੇ ਭੰਗੜਾ ਪਾ ਰਹੇ ਨੇ, ਉਹ ਵੀ ਕਦੋਂ? ਸ਼ਹਾਦਤਾਂ ਦੇ ਦਿਨਾਂ ਦੇ ਵਿੱਚ। ਫਿਰ ਢਾਹ ਕਿਹਨੂੰ ਲੱਗਣੀ ਹੈ? ਸਾਨੂੰ ਲੱਗਣੀ ਹੈ। ਦਿਲ ਕਿਹਦੇ ਦੁਖਣੇ ਨੇ? ਸਾਡੇ ਦੁਖਣੇ ਨੇ। ਬੇਸ਼ੱਕ ਉਹ ਸਿੱਖ ਕੌਮ ਨਾਲ ਦੂਰ ਦੂਰ ਤੱਕ ਵਾਸਤਾ ਨਾ ਰੱਖਦੇ ਹੁਣ, ਬੇਸ਼ੱਕ ਸਿਰਾਂ ਦੇ ਉੱਤੇ ਉਹਨਾਂ ਦੇ ਦਸਤਾਰਾਂ ਲਪੇਟੀਆਂ ਹੋਣ, ਪਰ ਵਿਦੇਸ਼ਾਂ 'ਚ ਜਿਹੜੇ ਬੈਠੇ ਨੇ ਕੀ ਉਹਨਾਂ ਨੂੰ ਪਤਾ ਹੈ ਕਿ ਉਹ ਪ੍ਰੋਜੈਕਟ ਕੀਤੇ ਹੋਏ ਨੇ ਜਾਂ ਉਹ ਸਾਡੇ ਆਪਣੇ ਨੇ ਜਾਂ ਬਗਾਨੇ ਨੇ? ਪਰ ਉਹਨਾਂ ਦੇ ਦਿਲ ਜ਼ਰੂਰ ਦੁਖਣੇ ਨੇ ਕਿਉਂਕਿ ਉਹਨਾਂ ਦੀਆਂ ਅੱਖਾਂ ਭਰੀਆਂ ਹੁੰਦੀਆਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰਕੇ, ਮਾਤਾ ਗੁਜਰ ਕੌਰ ਨੂੰ ਯਾਦ ਕਰਕੇ, ਵੱਡੇ ਸਾਹਿਬਜ਼ਾਦਿਆਂ ਨੂੰ ਯਾਦ ਕਰਕੇ, ਮੇਰੇ ਕਲਗੀਧਰ ਨੂੰ ਯਾਦ ਕਰਕੇ। ਹੁਣ ਇਹ ਜ਼ਿੰਮੇਵਾਰੀ ਬਹੁਤ ਵੱਡੀ ਹੈ ਕਿਸਾਨ ਜਥੇਬੰਦੀਆਂ ਉੱਤੇ ਕਿ ਇਹਨਾਂ ਮੋਰਚਿਆਂ ਨੂੰ ਬਹੁਤ ਧਿਆਨ ਦੇ ਨਾਲ ਦੇਖਿਆ ਜਾਵੇ। ਇੱਕ ਹੋਰ ਨੌਜਵਾਨ ਖੜਿਆ, ਤੁਸੀਂ ਕੀ ਕਹਿਣਾ ਚਾਹੋਗੇ? ਜੋ ਚੀਜ਼ਾਂ ਤੁਸੀਂ ਵੀ ਦੇਖਿਆ ਉੱਥੇ, ਜੋ ਕੁਝ ਹੋ ਰਿਹਾ ਸੀ, ਭੰਗੜਾ ਪੈ ਰਿਹਾ ਸੀ, ਚਿੱਟੀਆਂ ਦਾੜੀਆਂ ਵਾਲੇ ਵੀ ਨੱਚ ਰਹੇ ਸੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਸਭ ਤੋਂ ਪਹਿਲਾਂ ਸਾਰਿਆਂ ਨੂੰ। ਪਰ ਜਦੋਂ ਅਸੀਂ ਉੱਥੇ ਦੇਖਿਆ ਨਾ, ਮੈਂ ਜਿੱਥੇ ਆਪਣਾ ਸਟੇਜ ਲੱਗੀ ਹੋਈ ਹੈ ਜੀ, ਉੱਥੇ ਮੈਂ ਆਪ ਜਾ ਕੇ ਆਇਆ। ਉੱਥੇ ਦੋ ਬੰਦੇ ਬਹੁਤ ਵਧੀਆ ਕੰਮ ਕਰ ਰਹੇ ਨੇ, ਆਮ ਜਿਹੜੇ ਲੋਕਲ ਡਿਵੈਲਪਰ ਹੈਗੇ ਨੇ ਇੱਥੋਂ ਦੇ ਰਹਿਣ ਵਾਲੇ, ਉਹ ਉੱਥੇ ਕੋਸ਼ਿਸ਼ ਕਰਦੇ ਆ ਵੀ ਕੁਛ ਇੱਥੇ ਕੋਈ ਬਲਾਸਟ ਕੀਤਾ ਜਾਵੇ ਜਾਂ ਕੁਛ ਹੋਰ ਕੀਤਾ ਜਾਵੇ। ਸਾਰੀ ਮੌਬ ਇਕੱਠੀ ਹੋਈ ਹੈ, ਇਹਨੂੰ ਵਾਇਲੈਂਸ ਕ੍ਰੀਏਟ ਕੀਤੀ ਜਾਵੇ ਇੱਥੇ। ਪਰ ਉੱਥੇ ਉਹ ਦੋ ਬੰਦੇ ਇੰਨੀ ਵਧੀਆ ਡਿਊਟੀ ਨਿਭਾ ਰਹੇ ਨੇ, ਉਹ ਨੇੜੇ ਕਿਸੇ ਨੂੰ ਆਪਣੇ ਪੰਜਾਬੀ ਬੰਦੇ ਨੂੰ ਕਹਿੰਦੇ ਨੇ ਸਿਰਫ ਫੋਟੋ ਕਲਿੱਕ ਕਰੋ, ਕੈਪਚਰ ਕਰਕੇ ਸਟੇਟਸ ਦਿਓ, ਗੋ ਆਊਟ, ਦੈਟਸ ਇਟ। ਫਿਰ ਉਸ ਤੋਂ ਬਾਅਦ ਉਹ ਜਿਹੜੇ ਲੋਕਲ ਬੰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਸਾਈਡ 'ਤੇ ਕਰ ਦਿੰਦੇ ਨੇ, ਉਹ ਜਾਓ ਆਊਟ। ਉਹ ਆਪਣੇ ਵਾਸਤੇ ਬਹੁਤ ਚੰਗੀ ਗੱਲ ਹੈ। ਪਰ ਜਦੋਂ ਇੱਥੇ ਨੱਚ ਰਹੇ ਸੀ ਆਪਣੇ ਵੱਡੀ ਉਮਰ ਦੇ ਬੰਦੇ, 65 70 ਸਾਲ ਦੇ ਬੰਦੇ ਨਾ, ਫਿਰ ਉਦੋਂ ਬਾਅਦ ਚੋਂ ਜੇ ਆਪਾਂ ਨੂੰ ਦੇਖਦੇ ਆ ਉਹਨਾਂ ਦੀ ਫੋਟੋ ਜਾਂ ਵੀਡੀਓ ਲੈਂਦੇ ਆ ਉਹਨਾਂ ਦੀ, ਉਹ ਹੋਰ ਫੀਲਿੰਗ ਲੈ ਜਾਂਦੇ ਨੇ ਵੀ ਸਾਡੇ ਕੋਲ ਲੋਕ ਦੇਖ ਰਹੇ ਆ, ਉਨੇ ਹੀ ਜ਼ਿਆਦਾ ਕ੍ਰੇਜ਼ੀ ਹੁੰਦੇ ਆ ਉਹ। ਅਤੇ ਪਰ ਜੇ ਆਪਾਂ ਉਹਨਾਂ ਨੂੰ ਇਗਨੋਰ ਕਰ ਦਈਏ ਫਿਰ ਉਹ ਆਪੇ ਹਟ ਜਾਣਗੇ। ਪਰ ਕੁਛ ਕੁ ਹੈਗੇ ਨੇ, ਕੁਛ ਕੁ ਪਿੱਛੇ ਸ਼ਰਾਰਤੀ ਅਨਸਰ, ਉਹਨਾਂ ਵੱਲ ਧਿਆਨ ਦੇਣ ਦੀ ਲੋੜ ਹੈ ਜਿੱਥੋਂ ਦੇ ਏਰੀਏ 'ਚੋਂ ਆਏ ਨੇ ਉਹ। ਉਹਨਾਂ ਦੇ ਪ੍ਰੈਜ਼ੀਡੈਂਟ ਉਹੀ ਚੀਜ਼ ਨਾ ਕਿ ਹਰਿਆਣੇ ਦੇ ਜਿਹੜੇ ਹੈਗੇ ਨੇ ਉਹਨਾਂ ਨੂੰ ਬੱਚਿਆਂ ਨੂੰ ਤਾਂ ਇਤਿਹਾਸ ਹੀ ਨਹੀਂ ਪਤਾ, ਉਹਨਾਂ ਨੂੰ ਕੁਝ ਨਹੀਂ ਪਤਾ। ਉਹ ਤਾਂ ਵਿਚਾਰੇ ਆਪ ਕਹਿੰਦੇ ਨੇ ਬੜੇ ਕਿ ਕਹਿੰਦੇ ਅਸੀਂ ਤਾਂ ਪੰਜਾਬੀ ਦੇਖੇ ਪਹਿਲੀ ਵਾਰ ਨੇ, ਸਿੱਖ ਪਹਿਲੇ ਦੇਖੇ ਪਹਿਲੀ ਵਾਰ ਨੇ। ਤੇ ਕਈ ਬੱਚੇ ਵੀ ਇਹ ਕਹਿੰਦੇ ਨੇ ਕਿ ਆਹ ਜਿਹੜੇ ਮੋਰਚੇ ਲੱਗੇ ਨੇ ਕਦੇ ਮੁੱਕਣ ਹੀ ਨਾ, ਕਿਉਂਕਿ ਉਹਨਾਂ ਨੂੰ ਤਿੰਨੋਂ ਟਾਈਮ ਢਿੱਡ ਭਰ ਕੇ ਰੋਟੀ ਮਿਲ ਰਹੀ ਹੈ ਖਾਣ ਵਾਸਤੇ। ਉਹਨਾਂ ਬੱਚਿਆਂ ਨੂੰ ਇਹ ਨਹੀਂ ਪਤਾ ਕਿ ਕਿਸ ਹੋਂਦ ਵਾਸਤੇ ਉਰੇ ਪਹੁੰਚੇ ਨੇ, ਕਿਉਂ ਇਹ ਸੰਘਰਸ਼ ਸ਼ੁਰੂ ਹੋਇਆ, ਕਿਉਂ ਇਹ ਸੰਘਰਸ਼ ਵਿੱਢਿਆ ਗਿਆ। ਉਹਨਾਂ ਨੂੰ ਬਸ ਇੰਨਾ ਪਤਾ ਹੈ ਕਿ ਸਰਦਾਰਾਂ ਬਾਰੇ, ਪੰਜਾਬੀਆਂ ਬਾਰੇ, ਸਿੱਖਾਂ ਬਾਰੇ ਸੁਣਿਆ ਸੀ, ਪਰ ਅੱਜ ਅਸਲ ਕਿਰਦਾਰਾਂ ਬਾਰੇ ਸਮਝਿਆ ਉਹਨਾਂ ਨੇ ਹੁਣ ਜਾ ਕੇ ਹੈ। ਤਾਂ ਹੀ ਉਹ ਚਾਹੁੰਦੇ ਨੇ, ਤਾਂ ਹੀ ਉਹ ਨਿਡਰ ਹੋ ਕੇ ਧੀਆਂ ਛੋਟੀਆਂ ਹੁਣ ਭੱਜੀਆਂ ਫਿਰਦੀਆਂ ਨੇ ਰਾਤ ਦੇ, ਚਾਹੇ 12 ਵਜੇ ਹੁਣ 1 ਵਜੇ ਹੁਣ। ਜੇ ਤੁਸੀਂ ਪੁੱਛੋਗੇ ਨਾ ਤਾਂ ਉਹਨਾਂ ਦਾ ਜਵਾਬ ਬੜਾ ਹਾਸੋਹੀਣਾ ਜਿਹਾ, ਬੜਾ ਪਿਆਰ ਜਿਹੇ ਦੇ ਨਾਲ ਬੋਲਦੀਆਂ ਨੇ ਕਿ ਉਰੇ ਤਾਂ ਹੁਣ ਸਰਦਾਰ ਘੁੰਮਦੇ ਨੇ, ਭਈਆ ਅਬ ਹਮੇ ਡਰ ਨਹੀਂ ਲੱਗਦਾ। ਬਹੁਤ ਵੱਡਾ ਸਤਿਕਾਰ ਹੈ ਸਾਨੂੰ, ਕਿਉਂਕਿ ਸਰਦਾਰਾਂ ਨੂੰ, ਸਿੱਖ ਕੌਮ ਨੂੰ, ਦਸਤਾਰਾਂ ਨੂੰ, ਉਹਨਾਂ ਦੇ ਕਿਰਦਾਰਾਂ ਨੂੰ ਇਹਨਾਂ ਸਰਕਾਰਾਂ ਨੇ ਬਹੁਤ ਦਾਗਦਾਰ ਕਰਨ ਦੀ ਕੋਸ਼ਿਸ਼ ਕੀਤਾ ਵੀ ਵਿੱਚ। ਪਰ ਇਹ ਸਰਕਾਰਾਂ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਨਾ ਸਿੱਖ ਕੌਮ ਨੂੰ ਢਾਹ ਲਾ ਸਕਣਗੀਆਂ, ਨਾ ਉਸ ਦੇ ਕਿਰਦਾਰ ਨੂੰ ਢਾਹ ਲਾ ਸਕਣਗੀਆਂ, ਨਾ ਦਸਤਾਰ ਨੂੰ ਢਾਹ ਲਾ ਸਕਣਗੀਆਂ। ਗੱਲ ਮੈਂ ਥੋੜੀ ਹੋਰ ਐਡ ਕਰਨਾ ਚਾਹੂੰਗਾ। ਬਿਲਕੁਲ ਜੀ, ਆਪਣੀ ਗੱਲ ਵਿੱਚ ਰਹਿ ਗਈ ਸੀ। ਬਲ ਜਿਹੜੇ ਏਰੀਆ 'ਚੋਂ ਆਏ ਨੇ ਉਹ ਕਿਸੇ ਦਾ ਕੋਈ ਤਾਂ ਉਹਨਾਂ ਦਾ ਮੇਨ ਹੈਗਾ ਹੀ ਹੈ ਨਾ ਹੈੱਡ, ਕੋਈ ਪ੍ਰੈਜ਼ੀਡੈਂਟ ਹੈ ਜਾਂ ਕੁਛ ਵੀ ਹੈ। ਉਹਨਾਂ ਨੂੰ ਪਹਿਲਾਂ ਤਾਂ ਉਹਨਾਂ ਨੂੰ ਸਮਝਾਇਆ ਜਾਵੇ ਜੋ ਠੀਕ ਇਹਨਾਂ ਦਾ ਠੀਕ ਹੈ, ਮਤਲਬ ਆਪਣੇ ਇਸ ਪ੍ਰੈਜ਼ੀਡੈਂਟ ਨਾਲ ਐਡ ਕਰਦੇ ਨੇ, ਐਗਰੀ ਕਰਦੇ ਆ ਪੂਰਾ, ਤਾਂ ਠੀਕ ਹੈ। ਨਹੀਂ ਫਿਰ ਉਹਨਾਂ ਨੂੰ ਆਊਟ ਕੀਤਾ ਜਾਵੇ, ਕੋਈ ਫਰਕ ਨਹੀਂ ਪੈਣ ਵਾਲਾ। ਬਹੁਤ ਸੰਗਤ ਆ ਰਹੀ ਹੈ, ਕੋਈ ਕੇਅਰ ਨਹੀਂ, ਨੋ ਕੋਈ ਪ੍ਰੋਬਲਮ ਨਹੀਂ। ਲੱਖਾਂ ਟਰਾਲੀ ਜਾਂਦੀ ਹੈ, ਲੱਖਾਂ ਹੀ ਆ ਰਹੀ ਹੈ, ਤਾਂ ਹੀ ਚੱਲੂ। ਬਾਕੀ ਜਿਨ੍ਹਾਂ ਨੇ ਜਿਹੜੇ ਵੀ ਕੋਈ ਇਹੋ ਜਿਹੇ ਆਨਸਰ ਆ, ਉਹਨਾਂ ਨੇ ਇਹ ਸਾਡੇ ਵਿੱਚ ਛੱਡੇ ਗਏ ਆ। ਇਹ ਸਾਨੂੰ ਚੰਗੀ ਤਰ੍ਹਾਂ ਪਤਾ ਵੀ ਬਦਨਾਮ ਕਰਨ ਵਾਸਤੇ ਇਹ ਸਾਡੇ ਵਿੱਚ ਛੱਡੇ ਗਏ ਆ ਕਮਿਊਨਿਟੀ ਨੂੰ ਖਾਸ, ਹਾਂ ਖਾਸ ਕਰਕੇ, ਕਿਉਂਕਿ ਆਹ ਦਿਨਾਂ ਦੇ ਵਿੱਚ ਇਹਨਾਂ ਨੇ ਹੁੱਲੜਬਾਜ਼ੀ ਕਰਨੀ ਹੈ। ਇਹ ਦਿਨ ਸਾਡੇ ਸ਼ਹੀਦਾਂ ਦੇ ਦਿਨ ਆ, ਸਾਡੇ ਗੁਰੂਆਂ ਦੇ ਦਿਨ ਆ। ਇਹਨਾਂ ਦੇ ਵਿੱਚ ਅਸੀਂ ਕੱਲ੍ਹ ਵੀ ਇੱਥੇ ਜਿਹੜਾ ਕੁਝ ਹੋਇਆ ਸੀ ਉਹ ਨੋਟ ਕੀਤਾ, ਪਰ ਅੱਜ ਕੀ ਅਸੀਂ ਇੱਥੋਂ ਆਪਦੇ ਤੋਂ ਕੰਟਰੋਲ ਕੀਤਾ, ਉਹ ਸਾਡੇ ਤੋਂ ਦੂਰ ਆ। ਪਰ ਕੁਛ ਕੀ ਜਿਹੜੇ ਆਨਸਰ ਆ ਅਸੀਂ ਉਹਨਾਂ ਨੂੰ ਇੱਥੋਂ ਹਟਾਵਾਂਗੇ। ਜਿਹੜੇ ਵੀ ਇੱਥੇ ਠੇਕੇ ਆ ਅਸੀਂ ਆਪਦੇ ਜਥੇਬੰਦੀਆਂ ਨਾਲ ਗੱਲ ਕਰਕੇ ਉਹ ਠੇਕਿਆਂ ਨੂੰ ਵੀ ਬੰਦ ਕਰਵਾਵਾਂਗੇ। ਬਿਲਕੁਲ, ਕਿਉਂਕਿ ਕੁੜੀਆਂ ਵਾਲਾ ਕਾਰਡ ਚੱਲਿਆ ਨਹੀਂ, ਅੱਤਵਾਦੀ
ਅੱਤਵਾਦੀ ਵਾਲਾ ਕਾਰਡ ਵੈਸੇ ਹੀ ਫੇਲ ਹੋ ਗਿਆ ਤੇ ਹੁਣ ਇਹਨਾਂ ਨੇ ਕੋਈ ਤੀਜਾ ਹੱਥਕੰਡਾ ਲੱਭਣਾ ਸੀ। 2 ਆਊਟਲੈਟ ਨੇ ਜੀ ਲੀਕਰ ਦੇ, ਦੋਵੇਂ ਠੇਕੇ ਉਹਨਾਂ ਨੂੰ ਦੋਨਾਂ ਨੂੰ ਜੇ ਬੰਦ ਕੀਤਾ ਜਲਦੀ ਜਾਵੇ ਤੋਂ ਜਲਦੀ ਉਹ ਬੰਦ ਸਵੇਰੇ ਹੀ ਨਾ ਕਲੀਅਰ ਹੋਇਆ ਤੁਸੀਂ ਦੇਖ ਲਿਓ ਆਪ, ਤੁਹਾਨੂੰ ਰਿਜ਼ਲਟ ਆਪ ਇਹ ਗੱਲ ਨੌਜਵਾਨ ਕਹਿ ਰਹੇ ਨੇ, ਇਹ ਗੱਲ ਤਾਂ ਕਿਸਾਨ ਜਥੇਬੰਦੀਆਂ ਨੂੰ ਆਪ ਸੋਚਣੀ ਚਾਹੀਦੀ ਹੈ। ਜੇਕਰ ਅਸੀਂ ਟੋਲ ਬੰਦ ਕਰਾ ਸਕਦੇ ਹਾਂ, ਅੰਬਾਨੀਆਂ ਅਡਾਨੀਆਂ ਦੇ ਗੋਦਾਮ ਬੰਦ ਕਰਾ ਸਕਦੇ ਹਾਂ, ਮਾਲ ਬੰਦ ਕਰਾ ਸਕਦੇ ਹਾਂ, ਤਾਂ ਅਸੀਂ 2 ਸ਼ਰਾਬ ਦੇ ਠੇਕੇ ਕਿਉਂ ਨਹੀਂ ਬੰਦ ਕਰਾ ਸਕਦੇ? ਧੀਆਂ ਭੈਣਾਂ ਵੀ ਲੰਘਦੀਆਂ ਨੇ, ਨੌਜਵਾਨੀ ਸਾਡੀ ਬੈਠੀ ਹੈ, ਨੌਜਵਾਨੀ ਕਹਿ ਰਹੀ ਹੈ ਕਿ ਠੇਕੇ ਬੰਦ ਹੋਣੇ ਚਾਹੀਦੇ ਨੇ, ਕਿਉਂ ਨਹੀਂ ਬੰਦ ਹੋਏ? ਬਹੁਤ ਵੱਡਾ ਸਵਾਲ ਹੈ। ਤੇ ਖੋਲੇ ਕਿਸ ਦੀ ਸ਼ਹਿ ਦੇ ਉੱਤੇ ਗਏ ਨੇ, ਇਹ ਵੀ ਸੋਚਣਾ ਬਣਦਾ ਹੈ। ਕਿਉਂਕਿ ਅਗਰ ਮੋਰਚਾ ਲੱਗ ਗਿਆ ਸੀ, ਪਤਾ ਹੈ ਕਿ ਪੰਜਾਬੀਆਂ ਦਾ ਮੋਰਚਾ ਲੱਗਿਆ, ਸਿੱਖਾਂ ਦਾ ਮੋਰਚਾ ਲੱਗਿਆ, ਤਾਂ ਠੇਕੇ ਤਾਂ ਉੱਦਾਂ ਹੀ ਬੰਦ, ਡਰ ਨਾਲ ਹੀ ਬੰਦ ਕਰ ਦੇਣੇ ਸੀ, ਪਰ ਖੋਲੇ ਕਿਉਂ ਨੇ? ਇਹਦੇ ਵਿੱਚ ਇਹੀ ਕੁਐਸਚਨ ਰਾਈਜ਼ ਹੁੰਦਾ ਵੀ ਕਿਉਂ ਖੋਲੇ ਗਏ ਨੇ। ਹਾਂ ਕਿਉਂ Point ਖੋਲ੍ਹੇ ਹੈ ਗਏ ਵੀ- ਨੇ ਜਦੋਂ ਵੀ- ਏਡੇ ਵੱਡੇ ਸਾਰਾ ਕੁਝ ਜਦੋਂ ਆਪਾਂ ਸਾਰੀਆਂ ਰਿਲਾਇੰਸ ਬੰਦ ਹੋ ਮਾਲ ਸਕਦਾ। ਕਰਤੇ, ਸਾਰੇ ਸਟੋਰ ਬੰਦ ਕਰਤੇ, ਗਰੋਸਰੀ ਸਾਰਾ ਕੁਝ ਬੰਦ ਹੋ ਗਿਆ, ਪੈਟਰੋਲ ਪੰਪ ਇਵਨ ਸਾਰਾ ਕੁਝ ਬੰਦ ਹੋ ਗਿਆ, ਜੀਓ ਦੇ ਸਿਮ ਪੋਰਟ ਹੋਈ ਜਾਂਦੇ ਨੇ ਹਨਾ, ਇਹ ਵੀ ਵੱਡੀ ਫਿਰ ਚੀਜ਼ਾਂ। ਇਹ ਵੱਡੀ ਤੇ ਚੀਜ਼ ਸ਼ੇਅਰ ਮਾਰਕੀਟ ਉਹਦੀ ਇੰਟਰਨੈਸ਼ਨਲ ਲੈਵਲ ਤੇ ਉਹ ਸਿੰਪਲ ਜਿਹਾ ਸੰਗਤ ਨੂੰ ਵੀ ਸਮਝ ਆ ਰਿਹਾ ਹੋਵੇਗਾ ਤੇ ਉਮੀਦ ਕਰਦੇ ਹਾਂ ਕਿਸਾਨ ਜਥੇਬੰਦੀਆਂ ਨੂੰ ਵੀ ਇਹ ਚੀਜ਼ ਸਮਝ ਆ ਜਾਣੀ ਚਾਹੀਦੀ ਹੈ ਕਿ ਸਿਰਫ ਠੇਕੇ ਕਿਉਂ ਖੁੱਲੇ ਹੋਏ ਨੇ, ਆਖਿਰ ਹੋਰ ਸ਼ਾਪਸ ਕਿਉਂ ਨਹੀਂ ਉਸ ਤਰੀਕੇ ਨਾਲ ਖੁੱਲੀਆਂ ਹੋਈਆਂ, ਤੇ ਠੇਕਿਆਂ ਦੇ ਬਾਹਰ ਹੀ ਕਿਉਂ ਥੋੜੀ ਜਿਹੀ ਅੱਗੇ ਡੈਕ ਲਾ ਕੇ ਉੱਚੀ ਉੱਚੀ ਭੰਗੜੇ ਪਾਏ ਜਾ ਰਹੇ ਨੇ, ਨੱਚਿਆ ਜਾ ਰਿਹਾ ਹੈ। ਤੇ ਪੰਜਾਬ ਤੋਂ ਜਿਹੜੀ ਨੌਜਵਾਨੀ ਆਈ ਹੈ, ਵਿਦੇਸ਼ਾਂ ਤੋਂ ਨੌਜਵਾਨੀ ਆਈ ਹੈ, ਅਜਿਹੀਆਂ ਘਟੀਆਂ ਹਰਕਤਾਂ ਦੇਖ ਕੇ ਉਹ ਪਰੇਸ਼ਾਨ ਹੋ ਰਹੀ ਹੈ, ਕਿਉਂਕਿ ਇਹ ਪੰਜਾਬੀਆਂ ਦਾ ਕਿਰਦਾਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਿਹੰਗ ਸਿੰਘ ਜਥੇਬੰਦੀਆਂ ਵੀ ਨਾਲ ਖੜੀਆਂ ਨੇ। ਤੁਸੀਂ ਬਾਬਾ ਜੀ ਕੁਝ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਸਿੰਘਾਂ ਨੂੰ, ਸਾਰੇ ਕਿਸਾਨਾਂ ਨੂੰ ਇੱਥੇ ਆਉਣ ਦੇ ਨਾਲ ਭਾਈ ਸਾਨੂੰ ਕਿੱਡਾ ਕੁ ਦੁੱਖ ਲੱਗਾ ਕਿ ਕਿਹੜੇ ਦੁੱਖ ਦੇ ਮਾਰੇ ਅਸੀਂ ਇੱਥੇ ਆਏ ਹੋਏ ਹਾਂ। ਕਿਉਂਕਿ ਜਿਹੜਾ ਰਾਜਾ ਹੁੰਦਾ ਹੈ, ਜੇ ਪ੍ਰਜਾ ਸੁਖੀ ਹੈ ਤਾਂ ਰਾਜਾ ਵੀ ਸੁਖੀ ਹੈ, ਜੇ ਪ੍ਰਜਾ ਦੁਖੀ ਹੈ ਤਾਂ ਰਾਜਾ ਬਿਲਕੁਲ ਉਹ ਦੁਖੀ ਹੈ। ਪਰ ਅੱਜ ਪ੍ਰਜਾ ਦੁਖੀ ਹੈ ਤੇ ਰਾਜਾ ਬੜਾ ਸੁਖੀ ਹੈ, ਕਿਉਂਕਿ ਅਸੀਂ ਇਸ ਰਾਜੇ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਭਾਈ ਸਾਹਿਬ ਜੀ, ਇਹ ਜੋ ਪ੍ਰਜਾ ਹੈ, ਤੂੰ ਪ੍ਰਜਾ ਦੇ ਨਾਲ ਹੀ ਰਾਜਾ ਹੈ। ਪ੍ਰਜਾ ਨੇ ਤੈਨੂੰ ਰਾਜਾ ਬਣਾਇਆ ਹੈ ਤੇ ਪ੍ਰਜਾ ਦਾ ਜਿਹੜਾ ਸੀਗਾ ਭਾਈ, ਤੂੰ ਅੱਜ ਜਿਹੜੀ ਜਾਇਦਾਦ ਸੀ ਉਹ ਤੈਨੂੰ ਪ੍ਰਜਾ ਨੇ ਲਿਖਾਈ ਤਾਂ ਹੈ ਨਹੀਂ ਗੀ, ਤੇ ਆਪਣੇ ਆਪ ਉਹ ਤੂੰ ਇਹ ਬਣਾ ਕੇ ਬਹਾਨਾ ਲਿਖ ਕੇ ਜ਼ਮੀਨਾਂ, ਇਹ ਜ਼ਿਮੀਂਦਾਰਾਂ ਦੀਆਂ ਕੋਈ ਵੱਟ ਨਹੀਂ ਵੱਢਣ ਦਿੰਦਾ, ਕੋਈ ਆਪਣਾ ਇੱਧਰਲੇ ਪਾਸੇ ਕੋਈ ਓਰਾ ਨਹੀਂ ਰੋਕਣ ਦਿੰਦਾ। ਪਰ ਅੱਜ ਤੂੰ ਇਹ ਸੰਸਾਰ ਦੇ ਵਿੱਚ ਜਿਹੜਾ ਖੱਲਰ ਪਾਇਆ ਹੈ, ਇਹ ਭਾਈ ਤੂੰ ਆਪਣੇ ਆਪ ਇਹ ਕਿਸਾਨਾਂ ਦੇ ਉੱਤੇ ਪਾਇਆ ਹੋਇਆ ਹੈ। ਜਿਹੜੇ ਕਿਸਾਨ ਦੁਨੀਆ ਜੋ ਪਹੁੰਚੀ ਹੋਈ ਆ ਸਾਰੀ, ਇੱਥੇ ਇੰਡੀਆ ਦਾ ਕਿਸਾਨ ਪਹੁੰਚਿਆ ਹੋਇਆ ਕਿਉਂਕਿ ਕਿਉਂ ਪਹੁੰਚਣਾ ਪਿਆ ਇੱਥੇ ਕਿ ਇਹਨਾਂ ਨੂੰ ਜਿਹੜੀ ਆਪਣੀ ਜੰਜੀਰ ਸੀਗੀ, ਜਿਹੜੀ ਆਪਣੀ ਜ਼ਮੀਨ ਹੈ, ਇਹਦੇ ਉੱਤੇ ਹੀ ਸਾਨੂੰ ਭਰੋਸਾ ਹੈ ਤੇ ਇਹਦੇ ਵਿੱਚੋਂ ਹੀ ਆਪਾਂ ਸਾਰੀ ਦੁਨੀਆ ਦਾ ਢਿੱਡ ਭਰਦੇ ਹਾਂ। ਜੋ ਕਿਸਾਨ ਕੰਮ ਕਰਦਾ ਹੈ ਤਾਂ ਹੀ ਇਹ ਢਿੱਡ ਭਰਿਆ ਜਾਂਦਾ ਹੈ। ਬਿਲਕੁਲ ਜੀ, ਕਿਉਂਕਿ ਅੰਨਦਾਤਾ ਹੈ ਸਾਡਾ। ਬੇਸ਼ੱਕ ਅਸੀਂ ਹਿੰਦੂ ਹਾਂ, ਮੁਸਲਮਾਨ ਹਾਂ, ਸਿੱਖ ਹਾਂ, ਈਸਾਈ ਹਾਂ, ਬੋਧੀਆਂ, ਚਾਨੀਆਂ, ਕਿਸੇ ਵੀ ਧਰਮ ਦੇ ਨਾਲ ਕਿਉਂ ਨਾ ਅਸੀਂ ਤਾਲੁਕ ਰੱਖਦੇ ਹੋਈਏ, ਪਰ ਅਨਾਜ ਤਾਂ ਸਾਰੇ ਹੀ ਖਾਂਦੇ ਆ। ਕਦੀ ਅਨਾਜ ਖਰੀਦਣ ਲੱਗੇ ਪੁੱਛਿਆ ਤੁਸੀਂ ਦੁਕਾਨਦਾਰ ਤੋਂ, ਇਹ ਮੁਸਲਮਾਨ ਨੇ ਬੀਜਿਆ ਸੀ, ਹਿੰਦੂ ਨੇ ਬੀਜਿਆ ਸੀ, ਈਸਾਈ ਨੇ ਬੀਜਿਆ ਸੀ, ਬੋਧੀ ਜਾਨੀ ਦੇ ਖੇਤ 'ਚੋਂ ਆਇਆ, ਕਿਹਦੇ ਖੇਤ 'ਚੋਂ ਆਇਆ? ਪਰ ਇੰਨਾ ਪਤਾ ਕਿ ਕਿਸਾਨ ਖੇਤੀ ਕਰਦਾ ਆ, ਅਨਾਜ ਬੋਂਦਾ ਆ, ਸਾਡੇ ਘਰ ਤੱਕ ਪਹੁੰਚਾਉਂਦਾ ਆ, ਤੇ ਅੱਜ ਉਹਦੀ ਹੋਣ ਦੀ ਲੜਾਈ ਅਸੀਂ ਲੜ ਰਹੇ ਹਾਂ। ਤੇ ਜੇਕਰ ਤੁਸੀਂ ਘਰਾਂ 'ਚ ਬੈਠ ਕੇ ਇਹ ਸੋਚਦੇ ਹੋ ਕਿ ਲੱਖਾਂ ਦੇ ਹਿਸਾਬ ਨਾਲ ਜਨਤਾ ਪਹੁੰਚ ਗਈ ਹੈ ਦਿੱਲੀ ਦੀ ਹਿੱਕ ਉੱਤੇ, ਮੋਰਚਾ ਅਸੀਂ ਜਿੱਤ ਗਏ ਹਾਂ, ਪਰ ਅਗਰ ਤੁਸੀਂ ਨਹੀਂ ਪਹੁੰਚੇ ਤਾਂ ਤੁਸੀਂ ਬਹੁਤ ਵੱਡੀ ਗਲਤੀ ਕਰ ਰਹੇ ਹੋ, ਕਿਉਂਕਿ ਇਹ ਇਤਿਹਾਸ ਹੈ ਜੋ ਲਿਖਿਆ ਜਾ ਰਿਹਾ ਹੈ। ਅਗਰ ਜ਼ਮੀਰ ਗਵਾਹੀ ਦਿੰਦਾ ਹੈ ਤਾਂ ਜ਼ਰੂਰ ਪਹੁੰਚੋ, ਹਾਜ਼ਰੀ ਭਰੋ। ਫਤਿਹਗੜ੍ਹ ਸਾਹਿਬ ਜਾ ਕੇ ਛੋਟੇ ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰ ਕੌਰ ਦੀ ਸ਼ਹਾਦਤ ਨੂੰ ਤੁਸੀਂ ਬੇਸ਼ੱਕ ਪ੍ਰਣਾਮ ਇਸ ਵਾਰ ਕਰੋ ਨਾ ਕਰੋ, ਇੱਥੇ ਆ ਕੇ ਤੁਹਾਡੀ ਹਾਜ਼ਰੀ ਉੱਥੇ ਕਬੂਲ ਹੋ ਜਾਣੀ ਹੈ, ਕਿਉਂਕਿ ਉਹਨਾਂ ਦੇ ਵਾਰਸ ਉਹੀ ਪੋਹ ਦੇ ਮਹੀਨੇ ਵਿੱਚ ਸਰਦ ਰਾਤਾਂ ਇੱਥੇ ਗੁਜ਼ਾਰ ਰਹੇ ਨੇ ਸੜਕਾਂ ਉੱਤੇ। ਉਹ ਠੰਡਾ ਬੁਰਜ ਉੱਥੇ ਭੋਗਿਆ ਸੀ, ਇਹ ਠੰਡਾ ਬੁਰਜ ਇੱਥੇ ਭੋਗ ਰਹੇ ਨੇ। ਇਸ ਲਈ ਆਹ ਨੌਜਵਾਨੀ ਜੋ ਬੇਨਤੀ ਲੈ ਕੇ ਸਾਹਮਣੇ ਕਿਸਾਨ ਜਥੇਬੰਦੀਆਂ ਦੇ ਆਈ ਹੈ, ਉਹ ਬੇਨਤੀ ਜ਼ਰੂਰ ਪ੍ਰਵਾਨ ਕਰਨਾ। ਕਿਸਾਨ ਜਥੇਬੰਦੀਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ, ਤੇ ਨਾਲ ਅਸੀਂ ਬਹੁਤ ਕੁਝ ਪ੍ਰਾਪਤ ਇਸ ਮੋਰਚੇ 'ਚੋਂ ਕਰ ਲਿਆ ਹੈ। ਜਿਹੜੇ ਸਾਡੇ ਚੰਗੇ ਆਗੂ ਹੈ ਨੇ, ਨੌਜਵਾਨਾਂ ਵਿੱਚੋਂ ਉੱਭਰ ਕੇ ਸਾਹਮਣੇ ਆਏ ਨੇ, ਚਾਹੇ ਉਹ ਲੱਖਾ ਸਦਾਣਾ ਹੋਵੇ ਜਾਂ ਦੀਪ ਸਿੱਧੂ ਹੋਵੇ, ਉਹਨਾਂ ਦੀ ਐਜੂਕੇਸ਼ਨ ਨੂੰ ਕੈਸ਼ ਕਰੋ, ਉਹਨਾਂ ਦੇ ਜੋਸ਼ ਨੂੰ ਤੁਸੀਂ ਕੈਸ਼ ਕਰੋ, ਉਹਨਾਂ ਦਾ ਟਾਰਗੇਟ ਦੇਖੋ, ਨਿਸ਼ਾਨਾ ਦੇਖੋ।
ਇਹ ਚੀਜ਼ਾਂ ਬਾੜੋ ਦੇ ਰਾਜ ਕਰੋ ਦੀ ਰਾਜਨੀਤੀ ਸਰਕਾਰਾਂ ਬੜੇ ਚਿਰ ਤੋਂ ਕਰਦੀਆਂ ਆਈਆਂ ਨੇ। ਜੇਕਰ ਤੁਸੀਂ ਪੰਜਾਬ ਦੇ ਅੰਦਰ ਇਹ ਕਰਨ ਲੱਗ ਪਏ ਨਾ ਵੀ ਉਹਨੂੰ ਅਸੀਂ ਸਟੇਜ ਤੇ ਚੜ੍ਹਨ ਦੇਣਾ ਤੇ ਉਹਨੂੰ ਨਹੀਂ ਚੜ੍ਹਨ ਦੇਣਾ, ਤਾਂ ਉਹਦਾ ਨੁਕਸਾਨ ਸਾਨੂੰ ਭੋਗਣਾ ਪੈਣਾ। ਅਸੀਂ ਜੇ ਇੱਕ ਮੁੱਠ ਹੋ ਕੇ ਮੱਥਾ ਕੇਂਦਰ ਨਾਲ ਲਾਵਾਂਗੇ ਤਾਂ ਕੇਂਦਰ ਦਾ ਸਿਰ ਛੇਤੀ ਝੁਕਾਵਾਂਗੇ। ਜੇ ਅਸੀਂ ਇਕੱਲੇ ਇਕੱਲੇ ਹੋ ਕੇ ਸੋਚਦੇ ਹਾਂ 31 ਇੱਕ ਪਾਸੇ ਹੋ ਜਾਣ, 2 ਨੂੰ ਇੱਕ ਪਾਸੇ ਕਰ ਦਈਏ, ਜਾਂ 15 ਇੱਕ ਪਾਸੇ ਹੋ ਜਾਣ, ਅਸੀਂ 13 ਇੱਕ ਪਾਸੇ ਕਰ ਦਈਏ, ਤਾਂ ਫਿਰ ਇਹ ਸੋਚ ਲਓ ਵੀ ਉਹ 13 ਕੱਲੀ ਕੱਲੀ ਕਰਕੇ ਕਿੱਦਾਂ ਤੋੜ ਦੇਣੀ ਹੈ ਤੇ 15 ਕੱਲੇ ਕੱਲੇ ਕਰਕੇ ਕੇਂਦਰ ਨੇ ਕਦੋਂ ਮਰੋੜ ਦੇਣੇ ਨੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ, ਕਿਉਂਕਿ ਉਹਦੇ ਵਿੱਚ ਉਹਨਾਂ ਨੇ PhD ਕੀਤੀ ਹੋਈ ਹੈ। ਤੁਸੀਂ ਜਿੱਥੋਂ ਸੋਚਣਾ ਸ਼ੁਰੂ ਕਰਦੇ ਹੋ ਉਹਨਾਂ ਦੀ ਸੋਚ ਉਸ ਤੋਂ ਕਿਤੇ ਅੱਗੇ ਹੈ। ਤੁਸੀਂ ਉਹਦੇ ਬਾਰੇ ਸੋਚ ਵੀ ਨਹੀਂ ਸਕਦੇ, ਕਿਉਂਕਿ ਇਹ 50 ਸਾਲ ਅੱਗੇ ਦੀ ਰਾਜਨੀਤੀ ਲੈ ਕੇ ਚੱਲਦੇ ਆ। ਤੁਸੀਂ ਤਾਂ 5 ਸਾਲ ਦੇ ਵਿੱਚ ਉਲਝਾ ਕੇ ਰੱਖੇ ਆ। 5 ਸਾਲ ਅਕਾਲੀ ਆ ਗਏ, 5 ਸਾਲ ਕਾਂਗਰਸ ਆ ਗਈ, ਹੁਣ ਝਾੜੂ ਵੀ ਆ ਗਿਆ ਆ। ਹੁਣ 5 ਸਾਲ ਉਧਰ ਵੰਡ ਲਿਓ ਅੱਗੇ ਤੋਂ। ਪਰ ਅਸੀਂ 2022 ਦੇ ਵਿੱਚ ਇਹ ਤਹੀਆ ਕਰ ਲਈਏ ਕਿ ਅਕਾਲੀ ਭਾਜਪਾ ਹੋਵੇ ਜਾਂ ਕਾਂਗਰਸ ਹੋਵੇ, ਅਸੀਂ ਇਹਨਾਂ ਨੂੰ ਪੰਜਾਬ ਦੇ ਵਿੱਚ ਕਦੇ ਵੀ ਸੱਤਾ ਤੇ ਕਾਬਜ਼ ਨਹੀਂ ਹੋਣ ਦੇਣਾ, ਕਿਉਂਕਿ ਇੱਕ ਸਰਕਾਰ ਉਹ ਸੀ ਜਿਹਨੇ ਅੰਗ ਅੰਗ ਸਾਡੇ ਗੁਰੂ ਦਾ ਗਲੀਆਂ ਵਿੱਚ ਖਿਲਾਰ ਦਿੱਤਾ ਵੋਟਾਂ ਦੇ ਚੰਨ ਟੁਕੜਿਆਂ ਕਰਕੇ। ਤੇ ਦੂਸਰਾ ਉਹ ਹੈ ਜਿਹੜਾ ਆਪਣੇ ਆਪ ਨੂੰ ਰਾਜਾ ਕਹਾਂਦਾ, ਜਿਹੜਾ ਅੱਜ ਵੀ ਪੰਜਾਬ ਦੇ ਤਖਤ ਤੇ ਕਾਬਜ਼ ਹੈ, ਜਿਸ ਨੇ ਹੱਥ 'ਚ ਬਾਣੀ ਫੜ ਕੇ ਝੂਠੀ ਸਹੁੰ ਖਾਧੀ, ਪੂਰੇ ਪੰਜਾਬ ਨੂੰ ਧੋਖਾ ਦਿੱਤਾ। ਜੋ ਆਪਣੇ ਇਸ਼ਟ ਦਾ ਨਹੀਂ ਹੋਇਆ, ਜੋ ਆਪਣੇ ਗੁਰੂ ਦਾ ਨਹੀਂ ਹੋਇਆ, ਉਹ ਆਵਾਮ ਦਾ ਕਦੇ ਸਕਾ ਹੋ ਹੀ ਨਹੀਂ ਸਕਦਾ। ਇਸ ਕਰਕੇ ਇਹਨਾਂ ਪਾਰਟੀਆਂ ਤੇ ਤਾਂ ਕਾਂਟਾ ਮਾਰ ਦਿਓ, ਬਾਕੀ ਝਾੜੂ ਦੀ ਕਿੰਨੀ ਕੀ ਜ਼ਹਿਨੀਅਤ ਹੈ ਉਹ ਆਉਣ ਵਾਲੀਆਂ ਚੋਣਾਂ 'ਚ ਪਤਾ ਲੱਗ ਜਾਣਗੀ। ਪਰ ਮੈਂ ਫਿਰ ਵੀ ਇਹੀ ਕਹਾਂਗਾ ਕਿਸਾਨ ਜਥੇਬੰਦੀਆਂ ਨੂੰ ਕਿ ਆਪਣੀ ਇੱਕ ਖੇਤਰੀ ਪਾਰਟੀ ਹੋਂਦ ਦੇ ਵਿੱਚ ਲੈ ਕੇ ਆਓ। ਬਹੁਤ ਵੱਡੀ ਮੂਵਮੈਂਟ ਹੈ, ਦੁਨੀਆ ਦੇਖ ਰਹੀ ਹੈ ਇਸ ਇਤਿਹਾਸ ਨੂੰ। ਇਸ ਦੇ ਵਿੱਚੋਂ ਸਾਡੇ ਅਜਿਹੇ ਸੂਝਵਾਨ ਨੌਜਵਾਨ ਕੱਢੋ, ਨਿਸ਼ਾਨਦੇਹੀ ਕਰੋ ਉਹਨਾਂ ਨੌਜਵਾਨਾਂ ਦੀ, ਕਿਹੜਾ MLA ਬਣਨ ਦੇ ਲਾਇਕ ਹੈ, ਕਿਹੜਾ MP ਬਣਨ ਦੇ ਲਾਇਕ ਹੈ, ਕਿਹੜਾ MC ਬਣਨ ਦੇ ਲਾਇਕ ਹੈ, ਕਿਹੜਾ ਸਰਪੰਚ ਪੰਚ ਬਣਨ ਦੇ ਲਾਇਕ ਹੈ। ਆਪਣੀ ਕਿਸਾਨੀ ਦੇ ਵਿੱਚੋਂ ਹੀ ਆਪਣੇ ਮੰਤਰੀ ਸੰਤਰੀ ਕੱਢੋ। ਜੇ ਉਹੀ ਬੈਠੇ ਹੋਣਗੇ MLA ਬਣ ਕੇ, MP ਬਣ ਕੇ, ਸਾਡੇ ਚੀਫ ਮਿਨਿਸਟਰ ਬਣ ਕੇ, ਤਾਂ ਸਾਨੂੰ ਲੋੜ ਹੀ ਨਹੀਂ ਪੈਣੀ ਕਦੀ ਮੋਰਚੇ ਲਾਉਣ ਦੀ। ਉਸ ਤੋਂ ਬਾਅਦ ਤਾਂ ਭਾਰਤ ਦੀਆਂ ਸਰਕਾਰਾਂ ਆਪ ਝੁਕਣੀਆਂ ਸ਼ੁਰੂ ਹੋ ਜਾਣਗੀਆਂ। ਹਰਿਆਣਾ ਤੇ ਪੰਜਾਬ ਦੇ ਪਾਣੀਆਂ ਦਾ ਜਾਂ ਰਾਜਧਾਨੀ ਦਾ ਮਸਲਾ ਦਾ ਕੀ ਹੈ, ਬਹੁਤ ਛੋਟੀ ਚੀਜ਼ ਹੈ। ਅਸੀਂ ਹਿੰਦ ਸਰਕਾਰ ਦੇ ਤਖਤ ਨੂੰ ਵੀ ਝੁਕਾ ਕੇ ਕੇਸਰੀ ਝੰਡੇ ਥੱਲੇ ਲੈ ਆਵਾਂਗੇ, ਪਰ ਉਹਦੇ ਵਾਸਤੇ ਸਾਡੀ ਨੀਤ ਤੇ ਨੀਅਤ ਸਾਫ਼ ਹੋਣੀ ਚਾਹੀਦੀ ਹੈ। ਨੌਜਵਾਨਾਂ ਵਿੱਚ ਕਿਸੇ ਹੋਰ ਨੇ ਕੋਈ ਵਿਚਾਰ ਰੱਖਣੇ ਨੇ? ਹਾਂਜੀ, ਅਸੀਂ ਬਸ ਇਹੀ ਕਹਿਣਾ ਚਾਹੁੰਦੇ ਹਾਂ ਵੀ ਯੂਥ ਸਾਡਾ ਬਹੁਤ ਅਵੇਅਰ ਹੋਇਆ ਤੇ ਹੁਣ ਸਾਨੂੰ ਜਿਹੜਾ ਬਹੁਤ ਵਧੀਆ ਪਿਛਲੇ ਸਮੇਂ ਤੋਂ ਸ਼ਾਂਤੀ ਬਣਾ ਕੇ ਰੱਖੀ ਆ। ਜਿਹੜੇ ਗਲਤ ਆਨਸਰ ਆ ਕਿਸੇ ਨੂੰ ਵੀ ਹਜੇ ਤੱਕ ਕੁਝ ਨਹੀਂ ਕਿਹਾ ਗਿਆ ਤੇ ਅਸੀਂ ਇੱਕ ਨਵੇਂ ਪੰਜਾਬ ਦਾ ਬੀਜ ਆ ਜਿਹੜਾ ਬੋ ਰਹੇ ਆ। ਤੇ ਉਹ ਜਿਹੜਾ ਸਾਨੂੰ ਚਾਹੀਦਾ ਕਿ ਹੁਣ ਉਹਨੂੰ ਵਧੀਆ ਤਰੀਕੇ ਦੇ ਨਾਲ ਜਿਹੜਾ ਪਾਣੀ ਪਾ ਕੇ ਸਾਡੇ ਬਜ਼ੁਰਗਾਂ ਨੇ ਜਿਹੜਾ ਉਹ ਇੱਕ ਸਾਡੀਆਂ ਜਥੇਬੰਦੀਆਂ ਨੇ, ਸਾਡੇ ਯੂਥ ਨੇ ਮਹਾ ਪੰਜਾਬ ਦੁਆਰ ਤੋਂ ਖੜਾ ਕੀਤਾ। ਅਸੀਂ ਉਹਨੂੰ ਨਵਾਂ ਜਿਹੜਾ ਸੁਣਦੇ ਹੁੰਦੇ ਸੀ ਕਦੇ ਗੱਲਾਂ ਦੇ ਵਿੱਚ ਜਾਂ ਕਿਤਾਬਾਂ ਦੇ ਵਿੱਚ ਪੜ੍ਹਦੇ ਹੁੰਦੇ ਸੀਗੇ, ਉਹ ਦੇਖਣ ਦੀ ਜਿਹੜੀ ਆ ਸਾਡਾ ਸਮਾਂ ਨੇੜੇ ਆ ਰਿਹਾ। ਤੇ ਅਸੀਂ ਇਹਨੂੰ ਇਸੇ ਤਰ੍ਹਾਂ ਹੀ ਚਾਹੁੰਦੇ ਆ ਵੀ ਜਿਹੜਾ ਸ਼ਾਂਤੀ ਦੇ ਨਾਲ ਦੇਖਣਾ ਚਾਹੁੰਦੇ ਆ ਆਉਣ ਵਾਲੇ ਟਾਈਮ ਦੇ ਵਿੱਚ ਸਾਡੀਆਂ ਅਸਲਾਂ ਦੇ ਲਈ ਸਾਡੇ ਨਸਲਾਂ ਦੀ ਲੜਾਈ ਆ, ਸਾਡੇ ਬੱਚਿਆਂ ਦੇ ਭਵਿੱਖ ਦੀ ਲੜਾਈ ਆ। ਤੇ ਸਾਨੂੰ ਇਹ ਮਾਣ ਹੋਣਾ ਚਾਹੀਦਾ ਕਿ ਨਵਾਂ ਪੰਜਾਬ ਆ ਜਿਹੜਾ ਅਸੀਂ ਦੁਬਾਰਾ ਤੋਂ ਫੇਰ ਜਿਹੜਾ ਉਹਨੂੰ ਇੱਕ ਵਧੀਆ ਦੇਖ ਸਕੀਏ। ਤੇ ਸਾਡਾ ਪੰਜਾਬ ਆ ਜਿਹੜਾ ਸੋਨੇ ਦੀ ਚਿੜੀ ਕਦੇ ਆਖਿਆ ਜਾਂਦਾ ਸੀਗਾ, ਉਹ ਇੱਕ ਵਾਰ ਫੇਰ ਤੋਂ ਜਿਹੜਾ ਹੱਸਦਾ ਗਾਉਂਦਾ ਨੱਚਦਾ ਟੱਪਦਾ ਮੇਰੇ ਪੰਜਾਬ ਦਾ ਕਿਸਾਨ ਆ ਜਿਹੜਾ ਉਹ ਆਪਣੀਆਂ ਵੱਟਾਂ ਤੇ ਆਪਣੇ ਖੇਤਾਂ ਦੇ ਵਿੱਚ ਉਹ ਬਾਗੀਆਂ ਪਾਵੇ। ਇਹੀ ਸਾਡੀ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਆ। ਜਿਹੜੇ ਗਲਤ ਅਨਸਰ ਆ ਉਹ ਆਪਣੇ ਆਪ ਹੀ ਪਿੱਛੇ ਚਲੇ ਜਾਣਗੇ। ਜਦ ਯੂਥ ਸਾਡਾ ਸਾਡੇ ਨਾਲ ਆ, ਜਦ ਸਾਡੇ ਬਜ਼ੁਰਗ ਸਾਡੇ ਨਾਲ ਆ, ਸਾਡੀਆਂ ਮਾਵਾਂ ਸਾਡੇ ਨਾਲ ਆ, 90 ਸਾਲ ਦੇ 80 ਸਾਲ ਦੇ ਬਜ਼ੁਰਗ ਅੱਜ ਇੱਥੇ ਬੈਠੇ ਆ। ਪਿਛਲੇ ਮਹੀਨੇ ਤੋਂ ਸਿਰਫ ਜਗ੍ਹਾ ਬਦਲੀ ਆ, ਉਹ ਫਤਿਹਗੜ੍ਹ ਸਾਹਿਬ ਸੀ, ਇਹ ਦਿੱਲੀ ਆ। ਤੇ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਕਿ ਇਹ ਸੈਟਅਪ ਜਿਹੜਾ ਤੁਸੀਂ ਬਣਾਇਆ ਇਹਨੂੰ ਅਸੀਂ ਇਸੇ ਤਰ੍ਹਾਂ ਬਰਕਰਾਰ ਰੱਖੀਏ, ਸ਼ਾਂਤੀ ਦੇ ਨਾਲ ਤੇ ਅੱਗੇ ਲੈ ਕੇ ਚੱਲੀਏ। ਤੇ ਨਵਾਂ ਪੰਜਾਬ ਆ ਜਿਹੜਾ ਉਹਦੇ ਅਸੀਂ ਜਿਹੜਾ ਆਉਣ ਵਾਲਾ ਟਾਈਮ ਆ ਉਹਦਾ ਆਨੰਦ ਮਾਣੀਏ, ਉਹਨਾਂ ਰੁੱਤਾਂ ਨੂੰ ਉਹਨਾਂ ਬਹਾਰਾਂ ਨੂੰ ਮਾਣ ਸਕੀਏ। ਤੇ ਯੂਥ ਨੂੰ ਸਾਰੇ ਨੂੰ ਬੇਨਤੀ ਆ ਕਿ ਜਿਹੜਾ ਸ਼ਾਂਤੀ ਬਣਾ ਕੇ ਰੱਖਿਓ। ਬਹੁਤ ਸਾਰਾ ਨੌਜਵਾਨ ਪਿੱਛੇ ਲਾਮਬੰਦੀ ਵੱਧ ਰਹੀ ਆ, ਬਹੁਤ ਜ਼ਿਆਦਾ ਜਿਹੜੇ ਹਜੇ ਤੱਕ ਨਹੀਂ ਆਏਗੇ। ਸਾਰੀ ਜ਼ਿੰਦਗੀ ਜ਼ਮੀਰ ਲਾਹਣਤ ਤਾਂ ਪਾਵੇਗੀ, ਕਿਤੇ ਨਾ ਕਿਤੇ ਬੋਝ ਰਹੇਗਾ ਸਿਰ ਤੇ ਦਿਮਾਗ ਤੇ ਕਿ ਅਸੀਂ ਕਿਉਂ ਨਹੀਂ ਹਿੱਸਾ ਬਣ ਸਕੇ ਉਸ ਜੁਝਾਰੂ ਜੰਗ ਦਾ, ਉਸ ਅੰਦੋਲਨ ਦਾ। ਸੋ ਇਸ ਲਈ ਸਾਰਿਆਂ ਨੂੰ ਬੇਨਤੀ ਆ ਕਿ ਸਾਨੂੰ ਆਉਣਾ ਚਾਹੀਦਾ, ਇਸ ਅੰਦੋਲਨ ਦਾ ਹਿੱਸਾ ਬਣਨਾ ਚਾਹੀਦਾ। ਸਰਕਾਰੀ ਜਿਹੜੇ ਅਫਸਰ ਆ ਜਾਂ ਟੀਚਰ ਸਾਹਿਬਾਨ ਆ ਸਾਡੇ, ਉਹ ਵੀ ਫਰਾਈਡੇ ਨੂੰ ਇੱਥੇ ਆ ਕੇ
ਕੇ ਸੰਡੇ ਤੱਕ ਚਲੇ ਜਾਂਦੇ ਆ। ਸਾਨੂੰ ਜ਼ਰੂਰ ਜਿਹੜਾ ਇਹਨਾਂ ਗੱਲਾਂ ਨੂੰ ਸਭ ਨੂੰ ਨਿੱਕੀਆਂ ਨੂੰ ਦੇਖਣਾ ਚਾਹੀਦਾ ਕਿ ਉਹ ਵੀ ਜਿਹੜਾ ਸਾਡਾ ਦੇਖੋ ਕਿੰਨਾ ਸਾਥ ਦੇ ਰਹੇ ਆ ਉਸ ਪੰਜਾਬ ਨੂੰ ਇੱਕ ਵਧੀਆ ਬਣਿਆ ਦੇਖਣ ਦੇ ਲਈ। ਸਪੈਸ਼ਲੀ ਅਸੀਂ ਹਰਿਆਣੇ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਛੋਟੇ ਭਰਾ ਦੇ ਤੌਰ ਤੇ ਸਾਡਾ ਸਾਥ ਦਿੱਤਾ। ਸਾਡੀਆਂ ਮਾਵਾਂ ਭੈਣਾਂ ਰਾਜਸਥਾਨ ਤੇ ਹੋਰ ਵੀ ਜਿੰਨੇ ਸੂਬੇ ਸਾਡੇ ਨਾਲ ਜੁੜ ਰਹੇ ਆ, ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆ। ਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਡਾ ਗੁਰੂਆਂ ਦੀ ਧਰਤੀ ਹੈ, ਜਿਹੜੀ ਰਿਸ਼ੀਆਂ ਮੁਨੀਆਂ ਦੀ ਪੀਰਾਂ ਪੈਗੰਬਰਾਂ ਦੀ ਧਰਤੀ ਆ, ਉਹ ਇੱਕ ਵਾਰ ਫੇਰ ਤੋਂ ਹੱਸਦੀ ਗਾਉਂਦੀ ਨਜ਼ਰ ਆਵੇ। ਪੰਜਾਬ ਦੇ ਲਈ ਢੇਰ ਸਾਰੀਆਂ ਦੁਆਵਾਂ ਕਾਮਨਾਵਾਂ ਨੇ ਜੀ। ਬਿਲਕੁਲ ਜੀ ਬਿਲਕੁਲ, ਇਹ ਦੁਆਵਾਂ ਇਹ ਕਾਮਨਾਵਾਂ ਹਰ ਸੱਚੇ ਪੰਜਾਬੀ ਦੇ ਜ਼ਿਹਨ ਦੇ ਵਿੱਚੋਂ ਨਿਕਲਦੀਆਂ ਨੇ। ਤੇ ਜਿੱਥੇ ਤੱਕ ਇਸ ਇਤਿਹਾਸਿਕ ਮੋਰਚੇ ਦੀ ਗੱਲ ਹੈ, ਇਹ ਇਤਿਹਾਸ ਦੇ ਵਿੱਚ ਅਗਰ ਤੁਸੀਂ ਨਾਮ ਦਰਜ ਕਰਵਾ ਲਿਆ ਤਾਂ ਬਹੁਤ ਵਧੀਆ, ਨਹੀਂ ਤਾਂ ਪਹਿਲਾਂ ਦੇ ਸ਼ੋਅਜ਼ ਦੇ ਵਿੱਚ ਜਿੱਦਾਂ ਨੌਜਵਾਨ ਕਹਿੰਦੇ ਸੀ ਕਿ ਮੇਰੇ ਘਰ 'ਚ ਧੀਆਂ ਵੀ ਨੇ ਤੇ ਮੇਰੇ ਘਰ 'ਚ ਪੁੱਤ ਵੀ ਨੇ, ਪਰ ਉਹਨਾਂ ਦਾ ਰਿਸ਼ਤਾ ਕਰਨ ਲੱਗਿਆ ਮੈਂ ਇਹ ਗੱਲ ਜ਼ਰੂਰ ਪੁੱਛਾਂਗਾ ਕਿ ਤੁਹਾਡੀ ਧੀ ਜਾਂ ਤੁਹਾਡੇ ਪੁੱਤ ਦੇ ਮਾਪਿਆਂ ਦੇ ਵਿੱਚੋਂ ਕੋਈ ਮੋਰਚੇ ਦੇ ਵਿੱਚ ਹਾਜ਼ਰੀ ਭਰ ਕੇ ਆਇਆ ਜਾਂ ਤੁਹਾਡੇ ਟੱਬਰ 'ਚੋਂ ਕੋਈ ਹਾਜ਼ਰੀ ਭਰ ਕੇ ਆਇਆ ਸੀ, ਤਾਂ ਰਿਸ਼ਤੇ ਅਸੀਂ ਕਰਾਂਗੇ ਅੱਗੇ ਤੋਂ, ਉਸੇ ਟੱਬਰ 'ਚ ਰਿਸ਼ਤੇ ਹੋਣਗੇ। ਹੁਣ ਸੋਚ ਲਓ ਜਿਹੜੇ ਛੋਟੇ ਛੋਟੇ ਬੱਚੇ ਨੇ ਉਹਨਾਂ ਦੇ ਮਾਪੇ ਇਹ ਗੱਲਾਂ ਕਹਿ ਰਹੇ ਨੇ ਜਿਹੜੇ ਹਾਜ਼ਰੀ ਭਰ ਰਹੇ ਨੇ ਵੀ ਅਸੀਂ ਤਾਂ ਉਹਨਾਂ ਨੂੰ ਜਾਗਦੀਆਂ ਜ਼ਮੀਰਾਂ ਵਾਲੇ ਮੰਨਾਂਗੇ ਜਿਹੜੇ ਟੱਬਰਾਂ ਨੇ ਇਸ ਮੋਰਚੇ ਦੇ ਵਿੱਚ ਹਾਜ਼ਰੀ ਭਰੀ ਹੋਊਗੀ। ਹੁਣ ਤੁਸੀਂ ਇਹ ਸੋਚ ਲਿਓ ਕਿ ਤੁਸੀਂ ਹਾਜ਼ਰੀ ਭਰ ਕੇ ਇਤਿਹਾਸ 'ਚ ਨਾਮ ਲਿਖਵਾਉਣਾ ਜਾਂ ਨਹੀਂ। ਇਹ ਨੌਜਵਾਨ ਨੇ ਕੁਝ ਹੋਰ ਵੀ ਕਹਿਣਾ ਹੈ। ਹਾਂਜੀ, ਇੱਕ ਛੋਟਾ ਜਿਹਾ ਪੁਆਇੰਟ ਹੋਰ ਹੈ, ਬਹੁਤ ਜ਼ਰੂਰੀ ਹੈ ਆਪਣੇ ਵਾਸਤੇ ਉਹ। ਜੀ ਬੋਲੋ। ਉਹਦੇ ਨਾਲ ਆਪਣੀ ਇਮੇਜ ਤਾਂ ਬਣੀ ਚੁੱਕੀ ਹੈ, ਕਿਉਂਕਿ ਜਿਹੜੇ ਲੋਕਲ ਨੇ ਨਾ ਇੱਥੇ ਰਹਿਣ ਵਾਲੇ, ਉਹ ਜਿਹੜੇ ਵਿਚਾਰੇ ਵੇਸਟ ਤੋਂ ਜਿਹੜੇ ਫੂਡ ਲੈ ਖਾਂਦੇ ਸੀ, ਉਹ ਆਪਣੇ ਇੰਨੇ ਗੁਣ ਗਾਈ ਜਾਂਦੇ ਨੇ, ਉਹ ਸਾਰੀ ਉਮਰ ਗੁਣ ਹੀ ਗਾਉਣਗੇ। ਉਹਨਾਂ ਨੇ 1 ਮੰਥ ਹੋ ਗਿਆ ਪੂਰਾ ਚੱਲੀ ਜਾਂਦੇ ਨੇ ਨਾ, ਤੇ ਉਹਨਾਂ ਨੇ ਕੰਮ ਛੱਡਤੇ, ਲੇਬਰ ਉਹਨਾਂ ਨੇ ਬੰਦ ਕਰਤੀ। ਉਹਨਾਂ ਨੂੰ ਇੱਥੇ ਹੀ ਇੰਨਾ ਵਧੀਆ ਬਣਦਾ। ਬਾਕੀ ਬਾਬੇ ਨਾਨਕ ਦਾ ਲੰਗਰ ਹੈ ਤਾਂ ਸ਼ੁਰੂ ਤੋਂ ਚੱਲਦਾ ਹੈ, ਮੁੱਕਣਾ ਤਾਂ ਹੈ ਹੀ ਨਹੀਂ। ਬਿਲਕੁਲ ਬਿਲਕੁਲ, ਦੁਨੀਆ ਨੇ ਪਿੱਟੀ ਜਾਣਾ ਆ। ਫੰਡਿੰਗ ਕਿੱਥੋਂ ਹੋ ਰਹੀ ਹੈ, ਫੰਡਿੰਗ ਕਿੱਥੋਂ ਹੋਣੀ, ਅਸੀਂ ਪਿੱਟੀ ਜਾ। ਫੰਡਿੰਗ ਤਾਂ NRI ਬੈਠੇ ਨੇ, ਬਾਕੀ ਪੰਜਾਬ ਵੀ ਬਹੁਤ ਵਧੀਆ ਹੈ। ਸੋਨੇ ਜਿਹੜੀ ਹੈਗੀ ਹੈ ਥੋੜਾ ਬਦਨਾਮ ਕੀਤਾ ਇਹਨਾਂ ਨੇ ਗੰਦੇ ਲੀਡਰਾਂ ਨੇ, ਪਰ ਆਪਾਂ ਹੁਣ ਬਹੁਤ ਅਵੇਅਰ ਹੋ ਗਏ ਨਾ, ਸਾਰੇ ਐਜੂਕੇਟਰ ਹੋ ਗਏ, ਤੇ ਬਾਕੀ ਹੁਣ ਕਲਾਕਾਰ ਵੀ ਵਧੀਆ ਮੋਟੀਵੇਟ ਕਰ ਰਹੇ ਨਾ ਨੌਜਵਾਨ ਨੂੰ, ਤੇ ਚੰਗੇ ਚੰਗੇ ਸੌਂਗ ਵੀ ਆਏ ਨੇ ਲਾਸਟ ਮੰਥ, ਹੈ ਨਾ। ਤੇ ਹੁਣ ਬਸ ਇਹੀ ਹੈ ਵੀ ਹਰਿਆਣਾ ਵੀ, ਰਾਜਸਥਾਨ, ਯੂਪੀ ਸਾਰੇ ਇਕੱਠੇ ਹੋਈ ਗਏ, ਹੋਈ ਯਾਰ ਇਕੁਅਲ। ਕਹਿੰਦੇ ਨੇ ਕਿ ਮੈਂ ਮਰਦਾ ਨਹੀਂ ਸੀ, ਮੈਨੂੰ ਮਾਰਿਆ ਗਿਆ, ਮੈਂ ਸੜਦਾ ਨਹੀਂ ਸੀ, ਗਲ 'ਚ ਟਾਇਰ ਪਾ ਮੈਨੂੰ ਸਾੜਿਆ ਗਿਆ। ਭਾਰਤੀ ਕਿਸਾਨ ਮੈਂ ਹਰ ਕਿਸੇ ਦਾ ਸਾਥ ਦੇਣਾ ਚਾਹੁੰਦਾ ਸੀ, ਪਰ ਮੈਨੂੰ ਬਾਹਾਂ ਫੜ ਪਿੱਛੇ ਵਾੜਿਆ ਗਿਆ। ਮੈਂ ਦਹਾੜਨਾ ਛੱਡ ਦਿੱਤਾ ਸੀ, ਸਿਦਕ ਨਾਲ ਜੀਣਾ ਮੈਂ ਸਿੱਖ ਲਿਆ ਸੀ, ਗੁਰਾਂ ਦੀ ਰਜ਼ਾ ਵਿੱਚ ਰਹਿ ਕੇ ਲੋਕਾਂ ਦੀ ਭਲਾਈ ਮੰਗਦਾ ਸੀ, ਸਰਬੱਤ ਦਾ ਭਲਾ ਮੰਗਦਾ ਸੀ। ਪਰ ਅੱਜ ਇਸ ਗੰਦੀ ਸਿਆਸਤ ਨੇ ਮੁੜ ਮੈਨੂੰ ਉੱਥੇ ਲਿਆ ਕੇ ਖੜਾ ਕਰ ਦਿੱਤਾ ਕਿ ਮੈਂ ਮੁੜ ਦਹਾੜਨਾ ਸਿੱਖ ਗਿਆ। ਇਹ ਉਹ ਨੌਜਵਾਨੀ ਹੈ ਜੋ ਗੁਰਾਂ ਦੇ ਸਿਦਕ ਵਿੱਚ ਰਹੀ ਹੈ। ਇਹ ਉਹ ਨੌਜਵਾਨੀ ਹੈ ਜਿਨ੍ਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ। ਇਹ ਉਹ ਨੌਜਵਾਨੀ ਹੈ ਜੋ ਹਮੇਸ਼ਾ ਦੂਜਿਆਂ ਨੂੰ ਖੁਸ਼ ਦੇਖਣਾ ਚਾਹੁੰਦੀ ਹੈ। ਇਹ ਉਹ ਕੌਮ ਦੇ ਵਾਰਸ ਨੇ ਜਿਨ੍ਹਾਂ ਨੇ ਦੂਜਿਆਂ ਦੀ ਰੱਖਿਆ ਵਾਸਤੇ ਆਪਣੇ ਸੀਸ ਤੱਕ ਬਲੀਦਾਨ ਕੀਤੇ ਨੇ। ਤੇ ਅੱਜ ਅਗਰ ਇਹਨਾਂ ਦੀ ਹੋਂਦ ਤੇ ਗੱਲ ਆ ਗਈ ਹੈ ਤਾਂ ਇਹ ਗਲਤਫਹਿਮੀ 'ਚ ਨਾ ਰਿਓ ਕਿ ਆਣਗੇ ਠੰਡਾ ਹੰਡਾਈਆਂ ਨਹੀਂ ਜਾਣਗੀਆਂ ਤੇ ਚੁੱਪ ਕਰਕੇ ਚਲੇ ਜਾਣਗੇ। ਇਹਨਾਂ ਵਾਸਤੇ ਤਾਂ ਇਹ ਇੱਕ ਤੁਸੀਂ ਇਹ ਸੋਚ ਲਓ ਹੁਣ ਪਿਕਨਿਕ ਸਪੌਟ ਬਣ ਗਿਆ ਆ। ਤੇ ਇਹ ਪਿਕਨਿਕ ਸਪੌਟ ਨਿਊ ਈਅਰ ਈਵ ਦੇ ਉੱਤੇ ਰਾਤ ਨੂੰ ਕੇਸ ਵੱਡੇ ਪੈਮਾਨੇ ਉੱਤੇ ਕੇਸ ਪੱਧਰ ਤੇ ਬਦਲਣਾ ਆ, ਉਹ ਸਾਰੀ ਦੁਨੀਆ ਦੇਖੂਗੀ। ਕਿਉਂਕਿ ਹਲੇ ਤਾਂ ਇੱਕ ਮੋਰਚੇ ਉੱਤੇ 2-2 3-3 ਲੱਖ ਬੰਦਾ ਤੁਹਾਨੂੰ ਨਜ਼ਰ ਆ ਰਿਹਾ ਆ। ਨਵੇਂ ਸਾਲ ਨੂੰ ਪੰਜਾਬ ਦਾ ਅੱਧੇ ਤੋਂ ਵੱਧ ਯੂਥ, ਅੱਧੇ ਤੋਂ ਵੱਧ ਬਜ਼ੁਰਗ ਇੱਥੇ ਪਹੁੰਚੂਗਾ, ਕਿਉਂਕਿ ਉਹ ਆਪ ਕਹਿ ਚੁੱਕੇ ਨੇ ਕਿ ਇਸ ਵਾਰ ਦਾ ਨਵਾਂ ਸਾਲ ਦਿੱਲੀ ਦੀ ਹਿੱਕ ਤੇ ਜਾ ਕੇ ਮਨਾਉਣਾ, ਸਾਡਾ ਨਵਾਂ ਸਾਲ ਮਨਾਇਆ ਹੀ ਤਾਂ ਜਾਣਾ ਆ। ਤੇ ਜੇ ਅੱਧਾ ਪੰਜਾਬ ਦਿੱਲੀ ਦੀ ਹਿੱਕ ਤੇ ਪਹੁੰਚ ਗਿਆ ਨਾ ਤਾਂ ਦਿੱਲੀ ਦੇ ਸਾਹ ਤਾਂ ਪਹਿਲਾਂ ਹੀ ਬੰਦ ਨੇ, ਫਿਰ ਹੱਥ ਹੀ ਮੁੜ ਜਾਣੇ ਨੇ ਤੇ ਧੌਣ ਵੀ ਥੱਲੇ ਆ ਜਾਣੀ ਹੈ, ਕਿਉਂਕਿ ਬਚਣਾ ਕੱਖ ਨਹੀਂ। ਵੈਸੇ ਤਾਂ ਮੁੜੇ ਪਏ ਨੇ, ਸਾਰਾ ਬੇਸ਼ਰਮ ਨੇ ਮੁੰਡੇ ਪਏ ਨੇ, ਬਸ ਹੁਣ ਬੇਸ਼ਰਮ ਆ ਵੀ ਇਹ ਨਾ ਤਾਂ ਕੁਝ ਕਹਿ ਸਕਦੇ ਨੇ। ਤੇ ਹੁਣ ਅਸੀਂ ਇੱਥੋਂ ਐਂ ਤਾਂ ਮੁੜਨਾ ਹੀ ਨਹੀਂ, ਕਿਸੇ ਹਾਲਤ 'ਚ ਵੀ ਇੱਥੋਂ ਵਾਪਸ ਨਹੀਂ ਜਾ ਸਕਦੇ। ਅਸੀਂ ਜੰਗ ਜਿੱਤ ਕੇ ਹੀ ਵਾਪਸ ਜਾਵਾਂਗੇ। ਇਹ ਸਾਡੇ ਬਜ਼ੁਰਗ ਸੀ ਜਿਹੜੇ, ਉਹ ਸਾਡੇ ਅੱਗੇ ਲੱਗ ਕੇ ਤੁਰੇ ਆ। ਅਸੀਂ ਨੌਜਵਾਨ ਆਪਦੇ ਬਜ਼ੁਰਗਾਂ ਨਾਲ ਮੋਢੇ ਜੋੜ ਕੇ ਖੜੇ ਆ। ਅਸੀਂ ਵਾਪਸ ਕਿਸੇ ਹਾਲਤ ਨਹੀਂ ਮੁੜਨਾ। ਜਦੋਂ ਵੀ ਜੰਗ ਜਿੱਤੀ ਨਹੀਂ ਹੈ, ਭਲਾ ਅੱਜ ਜਿੱਤੀਏ ਕੱਲ੍ਹ ਜਿੱਤੀਏ, ਜਿੰਨਾ ਟਾਈਮ ਮਰਜ਼ੀ ਲੱਗ ਜੇ, ਅਸੀਂ ਜੰਗ ਜਿੱਤ ਕੇ ਵਾਪਸ ਜਾਵਾਂਗੇ। ਅਸੀਂ ਖਾਲੀ ਹੱਥ ਟੈਸਟ ਹੁੰਦਾ, ਮੰਥਲੀ ਟੈਸਟ ਹੁੰਦਾ, ਉਵੇਂ ਟੈਸਟ ਆਪਣਾ ਇਹ। ਬਿਲਕੁਲ। ਤੇ ਨਾਲ ਮੈਂ ਇਹ ਵੀ ਕਹਾਂਗਾ ਕਿ ਯੂਥ ਸਾਰਾ ਖੜਿਆ ਕਿ
ਆਪਣੇ ਵੱਲੋਂ ਜਿਹੜੇ ਵੀ ਤੁਹਾਨੂੰ ਆਗੂ ਨੌਜਵਾਨ ਚੰਗੇ ਲੱਗਦੇ ਨੇ, ਚਾਹੇ ਉਹ ਲੱਖਾ ਸਦਾਨਾ ਹੋਵੇ, ਚਾਹੇ ਉਹ ਦੀਪ ਸਿੱਧੂ ਹੋਵੇ, ਸਪੋਰਟ ਕਰਿਆ ਕਰੋ। ਕਿਸਾਨ ਜਥੇਬੰਦੀਆਂ ਚਲੋ ਸਤਿਕਾਰਯੋਗ ਨੇ, ਉਹਨਾਂ ਨੇ ਜੋ ਵੀ ਰਾਜਨੀਤੀ ਉਹ ਕਰਦੇ ਆ, ਰਣਨੀਤੀ ਅਪਣਾਉਂਦੀਆਂ ਨੇ, ਉਹ ਸਤਿਕਾਰਯੋਗ ਹੈ। ਉਹਨਾਂ ਨੇ ਆਪਣੇ ਹਿਸਾਬ ਨਾਲ ਮੱਥਾ ਕੇਂਦਰ ਨਾਲ ਲਾਇਆ, ਪਰ ਸਾਨੂੰ ਜਦੋਂ ਤੱਕ ਅਸੀਂ ਪੜ੍ਹੇ ਲਿਖੇ ਨੌਜਵਾਨ ਬੱਚਿਆਂ ਦੀ ਐਜੂਕੇਸ਼ਨ ਨੂੰ ਕੈਸ਼ ਨਹੀਂ ਕਰਾਂਗੇ, ਜਦੋਂ ਤੱਕ ਪੜ੍ਹੇ ਲਿਖੇ ਸੁਹਿਰਦ ਬੱਚਿਆਂ ਨੂੰ ਮੱਥਾ ਲਾਉਣ ਵਾਸਤੇ ਕੇਂਦਰ ਨਾਲ ਨਹੀਂ ਬੈਠਾਂਗੇ, ਉਦੋਂ ਤੱਕ ਅਸੀਂ ਇਹਨਾਂ ਨੂੰ ਨੱਥ ਨਹੀਂ ਪਾ ਸਕਦੇ। ਜਿਹੜੇ ਕਹਿੰਦੇ ਨੇ ਕਿ ਦੀਪ ਤਾਂ ਗੱਲ ਹੀ ਅੰਗਰੇਜ਼ੀ 'ਚ ਕਰਦਾ, ਉਹਦੀ ਗੱਲ ਤਾਂ ਪੱਲੇ ਨਹੀਂ ਪੈਂਦੀ ਯਾਰ, ਤੁਸੀਂ ਅੰਗਰੇਜ਼ੀ ਪੜ੍ਹਨਾ ਸਿੱਖ ਲਓ। ਐਜੂਕੇਸ਼ਨ ਲੈਵਲ ਦਾ ਦੇਖ ਲਓ ਨਾ, ਤੁਸੀਂ ਉਸ ਦਾ ਐਜੂਕੇਸ਼ਨ ਲੈਵਲ ਦੇਖੋ, ਤੇ ਜਦੋਂ ਉਹ ਗੱਲ ਕਰਦਾ ਆ, ਫਿਰ ਬਰਖਾ ਦੱਤ ਦੇ ਨਾਲ ਜੋ ਇੰਟਰਵਿਊ ਦੀਪ ਦੀ ਹੋਈ ਸੀ, ਤੇ ਬਰਖਾ ਦੱਤ ਨੇ ਜਿੱਦਾਂ ਉਹਨੂੰ ਅੱਤਵਾਦੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀ, ਦੀਪ ਦੀ ਥਾਂ ਤੇ ਕੋਈ ਵੀ ਹੋਰ ਹੁੰਦਾ ਉਹ ਉਸ ਦੀਆਂ ਗੱਲਾਂ 'ਚ ਫਸ ਜਾਂਦਾ। ਪਰ ਵਰਖਾ ਦੱਤ ਦੇ ਹਰ ਸਵਾਲ ਦੇ ਉੱਤੇ ਬਰਖਾ ਦੱਤ ਦੇ 20 ਚਪੇੜਾਂ ਉਸ ਨੌਜਵਾਨ ਨੇ ਮਾਰੀਆਂ ਆਪਣੇ ਜਵਾਬ ਦੇ ਨਾਲ। ਬਰਖਾ ਦੱਤ ਬਾਰ-ਬਾਰ ਸੰਤਾਂ ਦਾ ਨਾਮ ਲੈ ਕੇ ਉਹਦੇ ਮੂੰਹ 'ਚ ਪਾਉਣ ਦੀ ਕੋਸ਼ਿਸ਼ ਕਰਦੀ ਰਹੀ ਕਿ ਉਹ ਅੱਤਵਾਦੀ ਸੀ, ਬੋਲ, ਉਹ ਅੱਤਵਾਦੀ ਸੀ, ਬੋਲ। ਪਰ ਇਹ ਨੌਜਵਾਨ ਹਿੱਕ ਠੋਕ ਕੇ ਕਹਿੰਦਾ ਰਿਹਾ ਕਿ ਨਹੀਂ, ਉਹ ਸਾਡੇ ਸਿੰਘ ਸੀ, ਯੋਧੇ ਸੀ, ਸ਼ਹੀਦ ਸੀ, ਤੂੰ ਬੋਲ। ਅੱਜ ਉਹਨਾਂ ਦਾ ਹੁਣ ਮੈਨੂੰ ਰੰਗਾਂ ਦੇ ਵਿੱਚ ਮੈਂ ਉਹੀ ਕਹਿ ਰਿਹਾ ਹਾਂ, ਉਹਨਾਂ ਦਾ ਹੀ ਖੂਨ ਇਹਨਾਂ ਦੇ ਵਿੱਚ ਹੈ। ਹੁਣ ਤੁਸੀਂ ਦੱਸੋ ਕਿ ਪੰਜਾਬ ਦੇ ਅਜਿਹੇ ਕਿਹੜੇ ਲੀਡਰ ਨੂੰ ਦੇਖਿਆ ਤੁਸੀਂ ਜਿਹਨੇ ਮੰਚ ਉੱਤੇ ਜਾਂ ਕਿਸੇ ਸਟੇਜ ਦੇ ਉੱਤੇ ਇਹ ਗੱਲ ਆਖੀ ਹੋਵੇ ਕਿ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਅੱਤਵਾਦੀ ਨਹੀਂ ਸਨ, ਉਹ ਤਾਂ ਸਾਡੇ ਸੰਤ ਸੀ, ਉਹ ਮਹਾਪੁਰਖ ਸੀ, ਉਹ ਯੋਧੇ ਸੀ। ਬਾਦਲ ਨੂੰ ਦੇਖਿਆ ਕਦੀ? ਕੈਪਟਨ ਨੂੰ ਦੇਖਿਆ ਕਦੀ? ਆ ਝਾੜੂ ਵਾਲਿਆਂ ਵਿੱਚੋਂ ਕਿਸ ਨੂੰ ਦੇਖਿਆ ਤੁਸੀਂ? ਬਸ ਫਿਰ ਤੁਸੀਂ ਇਹ ਸੋਚ ਲਿਓ, ਜਿਹੜੇ ਸੰਤਾਂ ਬਾਰੇ ਮਾੜਾ ਬੋਲਦੇ ਨੇ, ਜਿਹੜੇ ਸੰਗਤਾਂ ਬਾਰੇ ਮਾੜਾ ਬੋਲਦੇ ਨੇ, ਉਹ ਤੁਹਾਡੇ ਕਦੇ ਆਪਣੇ ਹੋ ਹੀ ਨਹੀਂ ਸਕਦੇ। ਉਹ ਲੋਕ ਨੇ ਜਿਨ੍ਹਾਂ ਦੀਆਂ ਜ਼ਮੀਰਾਂ ਮਰੀਆਂ ਨੇ, ਜਿਨ੍ਹਾਂ ਨੇ ਸਿਰਫ ਆਪਣੇ ਨਿੱਜ ਪਗਾਣੇ ਨੇ, ਜਿਨ੍ਹਾਂ ਨੇ ਆਪਣੀਆਂ ਸਿਰਫ ਰੋਟੀਆਂ ਸੇਕਣੀਆਂ ਨੇ। ਗੱਲ ਉਹੀ ਕਹਾਂਗਾ, ਲਾਸ਼ਾਂ ਕਿਸੇ ਦੀਆਂ ਵੀ ਚੁੱਲ੍ਹੇ 'ਚ ਲੱਗੀਆਂ ਹੋਣ, ਹਿੰਦੂ ਹੋਵੇ, ਮੁਸਲਮਾਨ ਹੋਵੇ। ਲਾਸਟ ਡੇ ਦੇ ਵਿੱਚ ਨਾਨਕਸਰ ਵਾਲੇ ਸੰਤਾਂ ਦੀ ਨਹੀਂ ਹੋਈ ਸ਼ਹੀਦੀ ਇੱਥੇ, ਬਿਲਕੁਲ ਇਹਨਾਂ ਨੂੰ ਉਹੀ ਲੈ ਕੇ ਬਹਿ ਜਾਣੀ ਹੈ। ਇਹਨਾਂ ਨੂੰ ਪਤਾ ਨਹੀਂ ਲੱਗਣਾ ਕੀ ਚੱਲ ਗਿਆ ਸਾਡੇ ਅੰਦਰ, ਕੀ ਇਹੋ ਜਿਹੀ ਬਿਮਾਰੀ ਹੋਣੀ ਹੈ। ਬਾਕੀ ਭਿੰਡਰਾਂ ਵਾਲੇ ਸੰਤਾਂ ਨਾਲ ਤਾਂ ਇਹਨਾਂ ਦਾ ਮੁਕਾਬਲਾ ਹੀ ਨਹੀਂ। ਬਿਲਕੁਲ ਦੇਖੋ, ਗੱਲ ਉਹੀ ਪਾਕ ਸਾਫ਼ ਰੂਹਾਂ ਦੀ ਹੁੰਦੀ ਹੈ। ਉਹ ਇੰਨੀ ਰਿਸਪੈਕਟ ਕਰਦੇ, ਜੇ ਪੇਪਰ ਨਾ ਉਹ ਡਿੱਗਿਆ ਮਿਲ ਜਾਂਦਾ ਸੀ, ਜਿਵੇਂ ਆਪਾਂ ਨਿਊਜ਼ ਪੇਪਰ ਅੱਜ ਕੱਲ੍ਹ ਖਾਂਦੇ। ਸੰਤਾਂ ਦਾ ਇਤਿਹਾਸ ਪੜ੍ਹਿਆ ਤੁਸੀਂ? ਹਾਂਜੀ, ਖਾਂਦੇ ਆ ਨਾ ਪੌਦੇ ਧਰ ਕੇ, ਉਹ ਪੇਪਰ ਵੀ ਡਿੱਗਿਆ ਨਾ ਮਿਲ ਜਾਂਦਾ, ਉਹ ਚੱਕਦੇ ਸੀ, ਉਹਨੂੰ ਸਾਂਭਦੇ ਸੀ। ਇੰਨੀ ਕਿਉਂ ਗੁਰਮੁਖੀ, ਗੁਰਾਂ ਦੇ ਮੁਖ ਚੋਂ ਆਈ ਹੋਈ ਲਿਪੀ, ਇਹ ਪੜ੍ਹ ਕੇ ਫੇਰ ਹੀ ਪਤਾ ਲੱਗਣਾ, ਨਹੀਂ ਅਦਰਵਾਈਜ਼ ਕੱਲੀ ਫੋਟੋ ਭਿੰਡਰਾਂ ਵਾਲੇ ਬਾਬਿਆਂ ਦੀ ਲਾਉਣ ਦੀ ਲੋੜ ਨਹੀਂ। ਬਿਲਕੁਲ ਜੀ, ਬਿਲਕੁਲ ਉਹੀ ਚੀਜ਼ ਹੈ ਕਿ ਨੌਜਵਾਨੀ ਨੂੰ ਹੁਣ ਸੁਹਿਰਦਤਾ ਆ ਗਈ ਹੈ, ਸਮਝ ਆ ਗਈ ਹੈ ਕਿ ਅਸੀਂ ਕਿਹਨਾਂ ਦੇ ਵਾਰਸ ਹਾਂ, ਕਿਹਨਾਂ ਨੇ ਕਿਹੜੀਆਂ ਸ਼ਹਾਦਤਾਂ ਦਿੱਤੀਆਂ, ਕਿਹਨਾਂ ਨੇ ਸਾਨੂੰ ਰਾਜੇ ਬਣਾਇਆ ਇਸ ਧਰਤੀ ਦਾ, ਤੇ ਇਹਨਾਂ ਦੀ ਔਕਾਤ ਕੀ ਹੈ ਕਿ ਇਹ ਬੰਦਾ ਸਿੰਘ ਬਹਾਦਰ ਦੀਆਂ ਦਿੱਤੀਆਂ ਜ਼ਮੀਨਾਂ ਸਾਨੂੰ ਸਾਡੇ ਤੋਂ ਖੋਹ ਲੈਣ। ਇਹਨਾਂ ਦੇ ਜ਼ਮੀਰ ਅਸੀਂ ਖਤਮ ਕਰ ਦੇਣੇ ਨੇ, ਇਹਨਾਂ ਦੇ ਵਜੂਦ ਅਸੀਂ ਖਤਮ ਕਰ ਦੇਣੇ ਨੇ। ਇਸੇ ਲਈ ਬੇਨਤੀ ਮੈਂ ਪਹਿਲਾਂ ਵੀ ਕਰ ਚੁੱਕਿਆ, ਹੁਣ ਵੀ ਕਰਦਾ ਆ, ਚਾਹੇ ਕਿਸਾਨ ਜਥੇਬੰਦੀਆਂ ਨੇ ਜੋ ਵੀ ਮੀਟਿੰਗ ਕਰਨ ਵਾਸਤੇ ਕੇਂਦਰ ਦੇ ਨਾਲ ਜਾਂਦੀਆਂ ਨੇ, ਕੇਂਦਰ ਸਰਕਾਰ ਦੇ ਆਗੂ ਨੇ, ਕੈਬਨਿਟ ਹੈ ਮੋਦੀ ਦੀ, ਇੱਕ ਵਾਰ ਆ ਕੇ ਤੁਸੀਂ ਗੇੜਾ ਮਾਰਿਓ। ਇਸ਼ੂ ਹੈ ਨਾ ਜਿਹੜਾ ਜਿਹਦੇ ਉੱਪਰ ਰਿਗਾਰਡਿੰਗ ਗੱਲ ਕੀਤੀ ਜੀ, ਇਹ ਜ਼ਰੂਰ ਪਹੁੰਚਣੀ ਚਾਹੀਦੀ ਹੈ। ਬਿਲਕੁਲ ਜੀ, ਬਿਲਕੁਲ ਉਹ ਕਿਸਾਨ ਜਥੇਬੰਦੀ ਤੱਕ ਪਹੁੰਚ ਚੁੱਕੀ ਹੈ ਉਹ ਚੀਜ਼। ਹੈਡ ਨੂੰ ਪਤਾ ਲੱਗ ਜਾਂਦੀ ਹੈ ਗੱਲ, ਕੁਛ ਤਾਂ ਐਕਸ਼ਨ ਲੈਣਗੇ ਨਾ। ਬਿਲਕੁਲ ਕੰਸੀਡਰ ਤਾਂ ਹੋ ਨਾ ਸਾਰਿਆਂ ਦੇ, ਸਾਰੇ ਤਿੰਨੇ ਚਾਰੇ ਜਨੇ ਬਾਰਡਰ ਕਿ ਸ਼ਰਾਬ ਪੀ ਕੇ ਜੋ ਵੀ ਉੱਥੇ ਹੁੜਦੰਗ ਮਚਾਉਂਦਾ ਹੈ, ਜਿੱਥੇ ਵੀ ਠੇਕੇ ਖੁੱਲ੍ਹਦੇ ਨੇ, ਉਹ ਸਾਰਿਆਂ ਦੇ ਉੱਤੇ ਨਜ਼ਰ ਰੱਖੀ ਜਾਵੇ, ਠੇਕੇ ਬੰਦ ਕਰਵਾਏ ਜਾਣ, ਤਾਂ ਜੋ ਆਪ ਮੁਹਾਰੇ ਪਹੁੰਚੀ ਪੰਜਾਬ ਦੀ ਨੌਜਵਾਨੀ ਨੂੰ ਬਦਨਾਮ ਨਾ ਕੀਤਾ ਜਾਵੇ। ਮੀਡੀਆ ਦੇ ਵਿੱਚ ਪਹਿਲਾਂ ਨੈਸ਼ਨਲ ਮੀਡੀਆ ਨੇ ਬੜਾ ਬਦਨਾਮ ਕਰਤਾ ਪੰਜਾਬ ਦੀ 90% ਜਵਾਨੀ ਜਿਹੜੀ ਸੀ ਉਹ ਨਸ਼ੇੜੀ ਹੋ ਗਈ, ਇਹ ਹੋ ਗਈ, ਉਹ ਹੋ ਗਈ, ਬੜਾ ਬਦਨਾਮ ਕਰ ਲਿਆ। ਪਰ ਆਹ ਨੌਜਵਾਨੀ ਆ ਕੇ ਖੜੀ ਹੈ ਦਿੱਲੀ ਦੀ ਹਿੱਕ ਦੇ ਉੱਤੇ। ਜੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਨਸ਼ੇੜੀ ਲੱਗਦਾ ਆ, ਤਾਂ ਅਗਰ ਇਹ ਨਸ਼ੇੜੀ ਸੀਗੇ ਤਾਂ ਇਹ ਕਿਉਂ ਠੇਕੇ ਬੰਦ ਕਰਾਉਣ ਨੂੰ ਕਹਿਣਗੇ? ਜੋ ਜਵਾਬ ਹੈ ਕੇਂਦਰ ਸਰਕਾਰ ਨੂੰ, ਤੇ ਉਹ ਬੰਦ ਹੋਣਗੇ, ਕੱਲ ਦੇ ਕੱਲ ਹੋਣਗੇ। ਕਿਸਾਨ ਜਥੇਬੰਦੀਆਂ ਕਰਵਾਉਣਗੀਆਂ, ਕਿਉਂਕਿ ਪੰਜਾਬ ਦੀ ਨੌਜਵਾਨੀ ਨਹੀਂ ਚਾਹੁੰਦੀ ਠੇਕੇ ਖੁੱਲੇ ਰਹਿਣ। ਜੇ ਇਹ ਮੰਚ ਤੇ ਸਾਡੇ ਅੱਗੇ ਜਥੇਬੰਦੀਆਂ ਲੱਗੀਆਂ ਹੋਈਆਂ, ਜੇ ਮੰਚ ਤੇ ਸਾਡੀਆਂ ਉਹੀ ਆ ਕੇ ਸਾਰਾ ਕੁਝ ਕਰਨਗੀਆਂ। ਠੇਕੇ ਜੋ ਵੀ ਆ ਬੰਦ ਕਰਾਉਣ ਨੂੰ ਸਾਡੇ ਤੋਂ ਵੀਰੇ ਨਹੀਂ, ਜਦੋਂ ਅਸੀਂ ਟੋਲ ਬੰਦ ਕਰਾ ਸਕਦੇ ਆ। ਪਰ ਕੀ ਆ, ਸਾਡੇ ਜਿਹੜੇ ਜਥੇਬੰਦੀਆਂ ਸਾਡੇ ਤੋਂ ਅੱਗੇ ਲੱਗੀਆਂ, ਉਹਨਾਂ ਦੇ ਰਾਹੀਂ ਅਸੀਂ ਉਹ ਕਿਉਂਕਿ ਫਿਰ ਉਦੋਂ ਬਾਅਦ ਜੇ ਕਿਉਂਕਿ ਯੰਗ ਬਲੱਡ ਹੈ, ਗਰਮ ਹੁੰਦਾ ਹੈ। ਹਾਂ ਠੀਕ ਹੈ, ਇੱਕਦਮ ਇੱਥੋਂ ਹੁਣ ਵੀ ਜਾ ਸਕਦੇ ਨੇ ਬੰਦੇ, ਕੀ ਨਹੀਂ ਕਰ ਸਕਦੇ, ਉਹ ਬੰਦ ਵੀ ਕਰ ਸਕਦੇ ਆ, ਉਹਨੂੰ
ਉਹਨੂੰ ਕੁਝ ਵੀ ਕਰ ਸਕਦੇ ਆ, ਅੱਗੇ ਠੀਕ ਸਾਡੇ ਹੈ, ਜਥੇਬੰਦੀਆਂ ਪਰ ਉਹ ਨਹੀਂ ਕਰਨਾ ਕਿਉਂਕਿ ਅਸੀਂ ਉਹਨਾਂ ਪੀਸਫੁਲੀ ਨੂੰ ਸਾਰਾ ਮੰਨਦੇ ਇਮੇਜ ਬਣ ਗਈ ਆਪਣੇ। ਨਹੀਂ, ਸਾਡੇ ਆਗੂ ਅੱਗੇ ਹੈਗੇ ਨੇ, ਆਗੂਆਂ ਤੱਕ ਇਹ ਗੱਲ ਪਹੁੰਚ ਰਹੀ ਹੈ, ਆਗੂ ਆਪਣੇ ਆਪ ਇਸ ਦਾ ਫੈਸਲਾ ਜਿਹੜੀ ਆਪਣੀ ਵਰਲਡ ਵਾਈਡ ਇਮੇਜ ਬਣ ਗਈ ਨਾ ਹੁਣ ਇੱਥੇ ਬਣ ਗਈ, ਬਹੁਤ ਪੀਸਫੁਲੀ ਹੋਇਆ, ਮਸਾ ਬਣਾਈ ਹੈ, ਬਹੁਤ ਔਖੀ ਬਣੀ ਹੈ। ਤੇ ਕਿਉਂਕਿ ਆਪਾਂ ਨੂੰ ਬਦਨਾਮ ਕਰਨ ਨੂੰ ਤਾਂ ਪੰਜਾਬ ਨੂੰ ਤਾਂ ਪਹਿਲਾਂ ਹੀ ਖਾਣ ਉਹ ਤਾਂ ਪਤਾ ਹੈ ਸਾਰਿਆਂ ਦਾ, ਉਹ ਚੀਜ਼ਾਂ ਚੱਲ ਰਹੀਆਂ ਨੇ, ਉਹ ਮੈਸੇਜ ਪਹੁੰਚ ਚੁੱਕਿਆ ਹੈ। ਹੋਰ ਕਿਸੇ ਵੀਰਾਂ ਦੇ ਵਿੱਚੋਂ ਕਿਸੇ ਨੇ ਕੋਈ ਸੁਨੇਹਾ ਦੇਣਾ, ਕਿਸੇ ਨੂੰ ਕੋਈ ਮੈਸੇਜ ਦੇਣਾ ਹੈ? ਬੰਦ ਕਰਦੇ ਆ ਆਪਣੇ ਆਪ ਤਾਂ ਠੀਕ ਹੈ, ਮਤਲਬ ਪੈਸੇ ਤਾਂ ਸਵੇਰੇ ਗੱਲ ਪਹੁੰਚ ਹੀ ਜਾਣੀ ਹੈ, ਬਹੁਤ ਵਧੀਆ ਗੱਲ ਹੈ, ਤੁਸੀਂ ਪਹੁੰਚਾ ਦਿਓਗੇ ਤੁਹਾਡੇ ਮੀਡੀਅਮ ਰਾਹੀਂ। ਸਾਡੀ ਤਾਂ main ਗੁਜ਼ਾਰਿਸ਼ ਪਰ ਇਹ ਜੇ ਹੈ ਨਹੀਂ ਪਹੁੰਚਦੀ ਨਹੀਂ ਫਿਰ ਇਧਰਲੀ ਸਾਈਡ ਵਾਲੇ ਬਹੁਤ ਨੇ ਉੱਥੋਂ ਤੱਕ ਠੇਕੇ ਤੱਕ, ਤੇ ਠੇਕੇ ਨੂੰ ਚੱਕਿਆ ਵੀ ਜਾ ਸਕਦਾ ਠੇਕਾ ਥੱਲੋਂ। ਚਲੋ ਠੀਕ ਹੈ, ਠੇਕਾ ਕਾਹਨੂੰ ਚੱਕਣਾ, ਅਸੀਂ ਸ਼ਾਂਤੀ ਦੇ ਨਾਲ, ਕਿਉਂਕਿ ਇਹ ਚਾਹੁੰਦੇ ਨੇ ਕਿ ਇਦਾਂ ਦਾ ਕੁਝ ਅਸੀਂ ਕਰੀਏ, ਹੁੜਦੰਗ ਹੋਵੇ, ਕੋਈ ਕਿਸੇ ਨਾ ਕਿਸੇ ਤਰੀਕੇ ਦੀ ਅਸੀਂ ਖਿੱਚਾ ਤਾਂ ਨਹੀਂ ਕਰੀਏ, ਅਸੀਂ ਅਜਿਹਾ ਕੁਝ ਨਹੀਂ ਕਰਨਾ। ਖੂਨ ਠੰਡਾ ਰੱਖੋ, ਹੌਸਲਾ ਰੱਖੋ, ਸਾਰਾ ਕੁਝ ਕਰ ਲਾਂਗੇ। ਕਿਸਾਨ ਜਥੇਬੰਦੀਆਂ ਤੱਕ ਗੱਲ ਭਰਾ ਪਹੁੰਚ ਗਈ ਹੈ, ਠੰਡਾ ਹੋ ਜਾ, ਹੁਣ ਪਹੁੰਚ ਗਈ ਤੇਰੀ ਗੱਲ। ਫੇਰ ਹੀ ਆਪਾਂ ਤੁਹਾਡੇ ਨਾਲ ਗੱਲ ਠੀਕ ਹੈ ਕਰੀਏ, ਨਾ? ਜੇ ਆਪਾਂ ਨੂੰ ਇਹਨੂੰ ਸਿੰਸੀਅਰਲੀ ਲਿਆ, ਮੈਂ ਉਹੀ ਕਹਿ ਰਿਹਾ ਆ, ਉਹਨਾਂ ਤੱਕ ਗੱਲ ਅਸੀਂ ਕਰਤੀ ਹੈ, ਪਹੁੰਚ ਗਈ ਹੈ, ਹੁਣ ਸੁਹਿਰਦਤਾ ਅਸੀਂ ਸਾਡੇ ਕਿਸਾਨ ਆਗੂਆਂ ਦੀ ਦੇਖਣ। ਨੌਜਵਾਨ ਖੜੇ ਨੇ, ਕਿਸਾਨ ਖੜੇ ਨੇ, ਸਾਰੇ ਖੜੇ ਨੇ। ਇਹ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀ, ਜਿੱਦਾਂ ਸਿੰਘੂ ਦੇ ਉੱਤੇ ਤੇ ਕੋਂਡਲੀ ਦੇ ਉੱਤੇ ਰਾਤ ਨੂੰ ਪੈਟਰੋਲਿੰਗ ਹੁੰਦੀ ਹੈ, ਕਿਸਾਨ ਜਥੇਬੰਦੀਆਂ ਵੱਲੋਂ ਟੀਮਾਂ ਬਣਾਈਆਂ ਗਈਆਂ ਨੇ, ਉੱਦਾਂ ਪੈਟਰੋਲਿੰਗ ਉਰੇ ਵੀ ਚਾਹੀਦੀ ਹੈ ਤਾਂ ਕਿ ਕੋਈ ਵੀ ਹੁੜਦੰਗ ਨਾ ਮਚਾ ਸਕੇ, ਹੁੱਲੜਬਾਜੀ ਨਾ ਕਰ ਸਕੇ, ਕਿਸੇ ਨੂੰ ਨੁਕਸਾਨ ਨਾ ਪਹੁੰਚਾ ਸਕੇ। ਇਹਨਾਂ ਗੱਲਾਂ ਦਾ ਧਿਆਨ ਸਾਨੂੰ ਆਪ ਰੱਖਣਾ ਹੈ ਤੇ ਜਦੋਂ ਤੱਕ ਇਹ ਚੀਜ਼ਾਂ ਕਿਸਾਨ ਜਥੇਬੰਦੀਆਂ ਨਹੀਂ ਕਰਦੀਆਂ, ਉਦੋਂ ਤੱਕ ਨੌਜਵਾਨਾਂ ਦਾ ਫਰਜ਼ ਬਣਦਾ ਹੈ ਕਿ ਆਪ 4-4 5-5 ਜਣਿਆਂ ਦਾ ਤੁਸੀਂ ਗਰੁੱਪ ਬਣਾ ਕੇ ਰਾਤ ਨੂੰ ਥੋੜੀ ਜਿਹੀ ਨਜ਼ਰ ਰੱਖੋ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਆਪੇ ਕੰਟਰੋਲ ਹੋ ਜਾਣਗੀਆਂ। ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ। ਕੌਣ ਹੈ ਜੀ? ਹਾਂਜੀ, ਇੱਥੇ ਦੇਖੋ ਕਿੰਨਾ ਵਧੀਆ ਜਿਹੜਾ ਇਹ ਸੰਘਰਸ਼ ਚੱਲ ਰਿਹਾ ਪਿਛਲੇ 29 ਦਿਨ ਤੋਂ। ਸੰਗਤਾਂ ਬਹੁਤ ਹੀ ਐਨ ਸ਼ਾਂਤੀ ਦੇ ਨਾਲ ਆਪਾਂ ਸਾਰੇ ਦੇਖ ਰਹੇ ਆ। ਆ ਜਿਹੜੀ ਟਿੱਕਰੀ ਤੇ ਜਿਹੜੀ ਆ ਸੜਕ ਆ, ਇਹਦੇ ਤੇ ਜਿਹੜਾ ਚੱਲਦੀ ਆ ਟਰੱਕਾਂ ਦਾ ਇੱਥੇ ਕੰਮਕਾਰ ਚੱਲਦਾ, ਕੋਈ ਬਜਰੀ ਵਗੈਰਾ ਦਾ ਜਿਹੜਾ ਇੱਥੇ ਟਿੱਪਰ ਚੱਲਦੇ। ਅਰਲੀ ਮਾਰਨਿੰਗ ਇੱਥੇ ਹੈਪਨ ਵੀ ਹੋਇਆ, ਪਿੱਛੇ ਆਪਾਂ ਦੇਖ ਸਕਦੇ ਆ ਟਰੱਕ ਖੜਾ, ਜਿਹੜਾ ਲੰਗਰ ਲੱਕੜਾਂ ਦੀ ਲੱਦੀ ਹੋਈ ਜਿਹੜੀ ਟਰਾਲੀ ਸੀ ਉਹਦੇ 'ਚ ਸੁਬਾਹ ਵੱਜਿਆ ਤੇ ਬਚਾਅ ਹੋ ਗਿਆ। ਨਹੀਂ ਨਾਲ ਵੀ ਇਹੋ ਜਿਹੀਆਂ ਜਗ੍ਹਾ ਹੈਗੀਆਂ ਜਿੱਥੇ ਸਾਡੇ ਕਿਸਾਨ ਭਰਾ ਪਏ ਆ, ਕਿਸੇ ਤੇ ਵੀ ਚੜ੍ਹ ਸਕਦਾ ਸੀ ਜਾਂ ਅੰਦਰ ਘੁੱਸ ਸਕਦਾ ਸੀਗਾ ਤੰਬੂ ਦੇ ਵਿੱਚ, ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ। ਪਹਿਲਾਂ ਜਿਹੜੇ ਟਰੱਕ ਆ ਦਿਨ ਰਾਤ ਚੱਲਦੇ ਸੀਗੇ, ਸਾਡੇ ਵੀਰਾਂ ਨੇ ਚਲੋ ਇਹਨਾਂ ਨੂੰ ਸਮਾਂ ਦਿੱਤਾ ਵੀ ਤੁਸੀਂ ਰਾਤ ਨੂੰ ਚਲਾ ਲਿਆ ਕਰੋ ਯਾਰ, ਦਿਨੇ ਬੰਦ ਕਰ ਦਿਓ। ਪਰ ਅਸੀਂ ਸਾਡਾ ਐਂਟਰੀਆਂ ਤੇ ਵੀ ਜਿਹੜੇ ਵੀਰ ਬੈਠੇ ਆ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਵੀ ਐਂਟਰੀ ਤੋਂ ਜਿਹੜਾ ਇਹਨਾਂ ਨੂੰ ਬੰਦ ਕੀਤਾ ਜਾਵੇ। ਜਦ ਅਸੀਂ ਇੰਨਾ ਕੁਝ ਰੋਕ ਸਕਦੇ ਆ ਤਾਂ ਇਹ ਵੀ ਰੋਕ ਸਕਦੇ ਆ, ਪਰ ਅਸੀਂ ਚਾਹੁੰਦੇ ਆ ਕਿ ਜਿਹੜਾ ਸਾਡੀਆਂ ਜਥੇਬੰਦੀਆਂ ਵੀ ਇਹ 'ਤੇ ਇੱਧਰ ਧਿਆਨ ਦੇਣ, ਕਿਉਂਕਿ ਸਰਕਾਰ ਦਾ ਕੰਮ ਤਾਂ ਫਿਰ ਚੱਲ ਰਿਹਾ, ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਹੈਗਾ, ਉਹ ਤਾਂ ਆਪਣਾ ਕੰਮ ਕਰ ਰਹੇ ਆ। ਖੱਜਲ ਖਵਾਰ ਕੌਣ ਹੋ ਰਿਹਾ? ਸਾਡੇ ਕਿਸਾਨ ਭਰਾ, ਸਾਡੀਆਂ ਮਾਈਆਂ ਭੈਣਾਂ, ਛੋਟੇ ਬੱਚੇ। ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਵੀ ਜਿਹੜਾ ਇਹ ਟਰੱਕ ਚੱਲ ਰਹੇ ਆ, ਇਹ ਟਰੱਕਿੰਗ ਹੋ ਰਹੀ ਹੈ, ਇਹਨੂੰ ਬੰਦ ਕੀਤਾ ਜਾਵੇ, ਪੱਕੇ ਤੌਰ ਤੇ ਬੰਦ ਕੀਤਾ ਜਾਵੇ, ਸਾਡੀ ਇਹੋ ਬੇਨਤੀ ਆ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ ਕਰਦੇ ਹਾਂ ਕਿ ਨੌਜਵਾਨਾਂ ਦੀ ਇਹ ਆਵਾਜ਼ ਕਿਸਾਨ ਜਥੇਬੰਦੀਆਂ ਤੱਕ ਪਹੁੰਚ ਗਈ ਹੋਣੀ ਹੈ ਤੇ ਜੋ ਗੱਲਾਂ ਮੈਂ ਕਹੀਆਂ ਉਹ ਕੇਂਦਰ ਤੱਕ ਪਹੁੰਚ ਗਈਆਂ ਹੋਣਗੀਆਂ ਵੀ ਸਾਡੇ ਸਬਰ ਨੂੰ, ਸਾਡੀ ਸ਼ਰਾਫਤ ਨੂੰ, ਸਾਡੀ ਕਮਜ਼ੋਰੀ ਨਾ ਸਮਝਿਆ ਜਾਵੇ। ਬੋਲੇ ਸੋ ਨਿਹਾਲ। ਅਸੀਂ ਪੂਰਾ ਭਾਰਤ ਜਿੱਤ ਕੇ ਇੱਜ਼ਤ ਨਾਲ, ਬੜੇ ਮਾਣ ਨਾਲ ਤੁਹਾਡੇ ਹੱਥ ਵਿੱਚ ਫੜਾਇਆ ਸੀ, ਰਾਜ ਭਾਗ ਸਾਂਭਣ ਵਾਸਤੇ ਤੁਹਾਨੂੰ ਦਿੱਤਾ ਸੀ। ਤੇ ਜੇਕਰ ਉਹ ਰਾਜ ਭਾਗ ਦਾ ਨਸ਼ਾ ਤੁਹਾਡੇ ਸਿਰ ਚੜ੍ਹ ਕੇ ਇੰਨਾ ਬੋਲ ਰਿਹਾ ਹੈ ਕਿ ਜਿਹੜੀ ਕੌਮ ਨੇ ਜਿੱਤ ਕੇ ਤੁਹਾਡੇ ਹੱਥ 'ਚ ਰਾਜ ਭਾਗ ਦਿੱਤਾ, ਅੱਜ ਤੁਸੀਂ ਉਹਨਾਂ ਦਾ ਜੀਣਾ ਮੁਹਾਲ ਕਰ ਰਹੇ ਹੋ, ਤਾਂ ਤੁਸੀਂ ਇਹ ਕਦੇ ਨਾ ਭੁੱਲਣਾ ਵੀ ਪਹਿਲਾਂ ਵੀ ਲਾਲ ਕਿਲੇ ਦੇ ਉੱਤੇ ਝੰਡਾ ਅਸੀਂ ਲਹਿਰਾਇਆ ਸੀ, ਦੂਜੀ ਵਾਰ ਲਹਿਰਾਉਂਦਿਆਂ ਵੀ ਦੇਰ ਨਹੀਂ ਲੱਗਣੀ। 18 ਵਾਰ ਪਹਿਲਾਂ ਦਿੱਲੀ ਜਿੱਤੀ ਸੀ, 19 ਵਾਰ ਜਿੱਤ ਚੁੱਕੇ ਆ, ਜਿੱਤ ਚੁੱਕੇ ਆ। ਹੁਣ ਉਹ 'ਚੋਂ ਪ੍ਰਾਪਤੀਆਂ ਕੀ ਹੋਣੀਆਂ ਨੇ, ਧੌਣ ਕਿਹਦੀ ਥੱਲੇ ਲਾਣੀ ਹੈ, ਉਹ ਆਉਣ ਵਾਲਾ ਵਕਤ ਦੱਸੂਗਾ। ਉਸ ਤੋਂ ਚੰਗਾ ਇਹ ਹੋਵੇਗਾ ਮੋਦੀ ਸਰਕਾਰ ਆਪ ਬਿੱਲ ਰੱਦ ਕਰ ਦੇਵੇ, ਕਿਸਾਨਾਂ ਤੋਂ ਮਾਫੀ ਮੰਗ ਲਵੇ ਤੇ ਨਵੇਂ ਸਾਲ ਤੋਂ ਪਹਿਲਾਂ ਆ ਨੌਜਵਾਨੀ ਨੂੰ ਤੇ ਕਿਸਾਨੀ ਨੂੰ ਹੱਸਦਿਆਂ ਵਸਦਿਆਂ ਵਾਪਸ ਘਰਾਂ ਨੂੰ ਭੇਜ ਦੇਵੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨਾ। ਬਾਕੀ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ, ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ